13 ਲੱਖ ਲਾ ਕੇ ਆਉਂਦਾ ਵੀ ਹੈ ਕੈਨੇਡਾ, ਰਾਈਟ? ਹੂੰ। ਉਸ ਤੋਂ ਬਾਅਦ ਇਦਾਂ ਹੋ ਜਾਂਦਾ ਕਿ ਆਪਾਂ ਉਸ ਚੀਜ਼ ਨੂੰ ਕ੍ਰਿਟਿਸਾਈਜ਼ ਨਹੀਂ ਕਰ ਸਕਦੇ। ਯੂ ਡੋਂਟ ਇਵਨ ਨੋ ਪਿੱਛੇ ਤੇਰੀ ਲਾਈਫ ਬਹੁਤ ਪਿੱਛੇ ਜਾ ਚੁੱਕੀ ਹੈ। ਤੇਰੇ ਫਰੈਂਡਸ ਉੱਥੇ ਨਹੀਂ ਹੈਗੇ ਤੇਰੀ ਗਲੀ 'ਚ, ਤੇਰੇ ਗੁਆਂਢ ਦੇ ਫਰੈਂਡਸ ਜਾ ਚੁੱਕੇ ਨੇ। ਤੂੰ NRI ਬਣ ਚੁੱਕਾ ਹੈ, ਤਾਂ ਕਰਕੇ ਤੇਰੇ ਨੇਬਰਸ ਤੇਰੇ ਤੋਂ ਜੈਲਸ ਕਰਦੇ ਹੋਣਗੇ। ਟੌਪਿਕ ਹੈ ਕਿ ਐਡਵਾਈਸ ਟੂ ਅ 23 ਈਅਰ 올ਡ ਹੇਮੰਤ। ਐਡਵਾਈਸ ਟੂ 23 ਈਅਰ 올ਡ। ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਕਿ ਹੁਣ ਤੇਰੀ ਏਜ ਕਿੰਨੀ ਹੈ? ਮੈਂ 23 ਹਾਂ। 23 ਹੈ ਨਾ? ਓਕੇ। ਤਾਂ ਲਾਈਕ ਬੇਸਿਕਲੀ ਆਪਾਂ ਦੋਨਾਂ ਦੀ ਕਨਵਰਸੇਸ਼ਨ ਹੈ ਕਿ ਤੁਸੀਂ ਮੈਨੂੰ ਕੀ ਐਡਵਾਈਸ, ਤੁਸੀਂ ਕਿੰਨੀ ਏਜ ਦੇ ਵਿੱਚ ਕੈਨੇਡਾ ਆਏ ਸੀਗੇ? ਮੈਂ ਐਕਚੁਅਲੀ ਮੇਰੀ ਏਜ ਸੀਗੀ 19 ਜਦੋਂ ਮੈਂ ਇੱਥੇ ਆਇਆ ਸੀਗਾ, ਤੇ ਮੈਂ ਉਦੋਂ ਮਤਲਬ ਮਾਮਾ ਜੀ ਕੋਲ ਰਿਹਾ ਸੀ, ਮਤਲਬ 2 ਸਾਲ ਰਿਹਾ ਮੈਂ। ਸੋ ਮਤਲਬ 2 ਸਾਲ ਤਾਂ ਮੈਨੂੰ ਇੰਨਾ ਨਹੀਂ ਪਤਾ ਲੱਗਿਆ ਲਾਈਫ ਦਾ, ਕਿਉਂਕਿ ਤੁਹਾਨੂੰ ਕੋਈ ਸੰਭਾਲ ਰਿਹਾ ਹੁੰਦਾ ਤਾਂ ਈਜ਼ੀ ਹੋ ਜਾਂਦਾ। ਬਟ ਉਸ ਤੋਂ ਬਾਅਦ ਫਿਰ ਮੈਂ ਇੰਡੀਪੈਂਡੈਂਟਲੀ ਚਲਾ ਗਿਆ ਸੀਗਾ। ਤੁਹਾਨੂੰ ਕੈਨੇਡਾ ਦੇ ਵਿੱਚ 9 ਸਾਲ ਹੋ ਚੁੱਕੇ ਨੇ, ਰਾਈਟ? ਤੇ ਤੁਹਾਡਾ ਫਿਲਹਾਲ ਤੱਕ ਦਾ ਐਕਸਪੀਰੀਅੰਸ ਵਧੀਆ ਰਿਹਾ? ਐਕਸਪੀਰੀਅੰਸ ਵਧੀਆ ਸੀਗਾ, ਤੇ ਮਤਲਬ ਟਰੋਮੈਟਿਕ ਵੀ ਸੀਗਾ। ਤੇ ਚੀਜ਼ਾਂ ਸੁਣਨ ਨੂੰ ਵਧੀਆ ਲੱਗਦੀਆਂ ਨੇ ਕਿ ਕੈਨੇਡਾ ਬਹੁਤ ਵਧੀਆ, ਬਟ ਇਹਦਾ ਮਤਲਬ ਇਹ ਨਹੀਂ ਕਿ ਤੁਹਾਡਾ ਐਵਰੀਡੇ ਬਹੁਤ ਵਧੀਆ ਨਿਕਲਦਾ। ਇਸ ਵਕਤ ਅਗਰ ਆਪਾਂ ਦੇਖਦੇ ਹਾਂ ਨਾ ਤਾਂ ਲਾਈਕ ਬੇਸਿਕਲੀ ਮਾਸ ਹਿਸਟੀਰੀਆ ਹੀ ਚੱਲ ਰਿਹਾ ਹੈਗਾ ਕਿ ਕੈਨੇਡਾ ਇਦਾਂ ਹੋ ਚੁੱਕਿਆ ਹੈ, ਕੈਨੇਡਾ ਇਦਾਂ ਹੋ ਚੁੱਕਿਆ ਹੈ। ਮੇਬੀ ਇਦਾਂ ਦੀਆਂ ਚੀਜ਼ਾਂ, ਕਿਉਂਕਿ ਪਹਿਲਾਂ ਇਹ ਹੁੰਦਾ ਸੀਗਾ ਕਿਉਂਕਿ ਬੰਦਾ ਕੀ ਕਰਦਾ 13 ਲੱਖ ਲਾ ਕੇ ਆਉਂਦਾ ਵੀ ਹੈ ਕੈਨੇਡਾ, ਰਾਈਟ? ਉਸ ਤੋਂ ਬਾਅਦ ਇਦਾਂ ਹੋ ਜਾਂਦਾ ਕਿ ਆਪਾਂ ਉਸ ਚੀਜ਼ ਨੂੰ ਕ੍ਰਿਟਿਸਾਈਜ਼ ਨਹੀਂ ਕਰ ਸਕਦੇ, ਕਿਉਂਕਿ ਮੋਸਟਲੀ ਲੋਕਾਂ ਦੇ ਉਹ ਪੇਰੈਂਟਸ ਦੇ ਵੀ ਪੈਸੇ ਹੁੰਦੇ ਨੇ। ਪਰ ਅੱਜ ਦੇ ਟਾਈਮ ਦੇ ਵਿੱਚ ਕੀ ਹੈ ਕਿ ਮੇਬੀ ਇਹ ਚੀਜ਼ਾਂ ਬਹੁਤ ਜ਼ਿਆਦਾ ਕਾਮਨ। ਗੁਰਮੀਤ ਭਾਈ ਦੀ ਵੀ ਮੈਂ ਇੱਕ ਵੀਡੀਓ ਦੇਖੀ, ਉਹ ਵੀ ਲੋਕਾਂ ਨਾਲ ਕਨਵਰਸੇਸ਼ਨ ਕਰ ਰਹੇ ਸੀਗੇ ਕਿ ਕੀ ਤੁਹਾਨੂੰ ਕੈਨੇਡਾ ਦੀ ਪ੍ਰੋਬਲਮ। ਮੋਸਟਲੀ ਲੋਕਾਂ ਦੀ ਪ੍ਰੋਬਲਮ ਕਿ ਜੌਬ ਨਹੀਂ ਮਿਲ ਰਹੀ ਹੈਗੀਆਂ, ਐਵੇਂ। ਜਦੋਂ ਤੁਸੀਂ ਇੱਥੇ ਆਏ ਸੀ ਉਦੋਂ ਤਾਂ ਸਿਚੁਏਸ਼ਨਸ ਬਹੁਤ ਡਿਫਰੈਂਟ ਸੀ, ਰਾਈਟ? ਡਿਫਰੈਂਟ ਸੀਗੀ, ਹਾਂ। ਮਤਲਬ ਆਈ ਮੀਨ ਘਰ ਵੀ ਇੰਨੇ ਕੀ ਮਹਿੰਗੇ ਸੀਗੇ। ਆਈ ਮੀਨ ਜੇ ਹੁਣ ਬੰਦਾ $20 ਕਮਾ ਰਿਹਾ ਤਾਂ ਉਦੋਂ ਬੰਦਾ $10 $9 ਕਮਾਉਂਦਾ ਸੀ, ਤੇ ਤਾਂ ਘਰ ਇਹਦੇ ਨਾਲੋਂ ਅੱਧੇ ਹੀ ਹੋਣਗੇ। ਬਟ ਆਈ ਮੀਨ ਸਟਿਲ ਮਹਿੰਗਾਈ ਤਾਂ ਸੀਗੀ, ਹਨਾ। ਬਟ ਜਿਹੜੀ ਹੁਣ ਬਣ ਚੁੱਕੀ ਹੈ ਇੰਨੀ ਨਹੀਂ ਸੀ। ਹੁਣ ਰਾਈਟ ਨਾਓ ਇਨਫਲੇਸ਼ਨ ਬਹੁਤ ਜ਼ਿਆਦਾ, ਮਤਲਬ ਫੂਡ ਇਨਫਲੇਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਹੈ। ਤੁਸੀਂ ਆਟਾ ਪਹਿਲਾਂ ਵਾਲੇ ਟਾਈਮ 'ਚ $9 ਦਾ ਵੀ ਹੁੰਦਾ ਸੀ, ਹੁਣ $21 ਦਾ ਮਿਲ ਰਿਹਾ, ਹਨਾ। ਸੋ ਇਹ ਤਾਂ ਇੱਕ ਬੇਸਿਕ ਚੀਜ਼ ਹੈ, ਸਭ ਕੁਝ ਹੀ ਮਹਿੰਗਾ ਹੋ ਗਿਆ। ਤੇ ਤਾਂ ਕਰਕੇ ਚਲੋ ਇਹ ਤਾਂ ਇੱਕ ਵਨ ਸਾਈਡ ਹੈ ਇਨਫਲੇਸ਼ਨ। ਆਪਾਂ ਮਤਲਬ ਗੱਲ ਕਰ ਰਹੇ ਹਾਂ ਕਿ ਆਪਣੀ ਲਾਈਫ ਦੀ ਐਕਸਪੀਰੀਅੰਸ ਹੈ ਨਾ। ਤੇ ਆਈ ਥਿੰਕ ਯਾਰ ਮੇਰੇ ਹਿਸਾਬ ਨਾਲ ਨਾ, ਟੂ ਬੀ ਵੈਰੀ ਫਰੈਂਕ, ਬੰਦੇ ਦੀ ਜਿਹੜੀ ਲਾਈਫ ਹੈ, ਇਹ ਮਤਲਬ ਮੈਂ ਖੁਦ ਦੀ ਹੀ ਕਹਾਵਤ ਬਣਾਈ ਹੋਈ ਹੈ। ਜਿਵੇਂ ਆਪਾਂ ਕਾਲ ਆਫ ਡਿਊਟੀ ਨਹੀਂ ਖੇਡਦੇ ਕਿ ਆਪਾਂ ਡਿਫਿਕਲਟੀ ਮੋਡ ਸਿਲੈਕਟ ਕਰਦੇ ਹਾਂ। ਜਿਹੜਾ ਮੇਲ ਦੀ ਲਾਈਫ ਹੈ ਨਾ, ਉਹਦੀ ਡਿਫਿਕਲਟੀ ਵੈਟਰਨ ਮੋਡ ਤੇ ਹੁੰਦੀ ਆਲਵੇਜ਼, ਠੀਕ ਹੈ? ਯੂ ਹੈਵ ਟੂ ਬਲੀਵ ਦੈਟ। ਤੁਹਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਤੁਹਾਡੀ ਡਿਫਿਕਲਟੀ ਵੈਟਰਨ ਮੋਡ ਤੇ ਹੈ। ਤੁਸੀਂ ਆਪਣੀ ਲਾਈਫ ਨੂੰ ਕਦੇ ਕਿਸੇ ਫੀਮੇਲ ਨਾਲ ਨਾ ਗਲਤੀ ਨਾਲ ਕੰਪੇਅਰ ਕਰਿਓ ਕਿ ਉਸ ਫੀਮੇਲ ਨੂੰ, ਮੇਰੀ ਫਰੈਂਡ ਨੂੰ ਵਧੀਆ ਜੌਬ ਮਿਲ ਗਈ, ਜਾਂ ਮੇਰੀ ਫਰੈਂਡ ਨੂੰ ਆਹ ਕੰਮ ਈਜ਼ੀ ਹੋ ਗਿਆ। ਯੋਰ ਲਾਈਫ ਇਜ਼ ਵੇ ਡਿਫਰੈਂਟ। ਬੰਦਿਆਂ ਦੇ ਉੱਤੇ ਕਾਫੀ ਤਰ੍ਹਾਂ ਦਾ ਪ੍ਰੈਜੂਡਿਸ ਵੀ ਚੱਲਦਾ। ਤੁਹਾਨੂੰ ਕਦੇ ਵੀ ਤੂੰ ਜੌਬ ਤੇ ਜਾਏਗਾ, ਤੈਨੂੰ ਹਾਰਡ ਵਰਕ ਹੀ ਦਿੱਤਾ ਜਾਊਗਾ। ਯੂ ਆਰ ਅ ਯੰਗ ਇਮੀਗ੍ਰੈਂਟ ਬॉय, ਚੱਲ ਬਈ ਚੱਕ ਡੱਬੇ ਤੇ ਤੁਰ ਇੱਥੋਂ, ਹਨਾ। ਤੁਹਾਨੂੰ ਲੱਗਦਾ ਕਿ ਤੁਹਾਡਾ ਸਟੈਂਡਰਡ ਆਫ ਲਿਵਿੰਗ ਇਸ ਵਕਤ ਬਹੁਤ ਜ਼ਿਆਦਾ ਹੈ ਉਹ ਸਟੈਂਡਰਡ ਆਫ ਲਿਵਿੰਗ ਤੋਂ ਜਿਹੜਾ ਕੀ ਹੋਣਾ ਸੀਗਾ ਤੁਹਾਡਾ ਇੰਡੀਆ ਦੇ ਵਿੱਚ? ਮੈਂ ਇੰਡੀਆ ਵਿੱਚ ਮੇਰੇ ਘਰਦਿਆਂ ਨੇ ਤਾਂ ਮੈਨੂੰ ਬਹੁਤ ਵਧੀਆ ਲਾਈਫ ਦਿੱਤੀ ਸੀ, ਤੇ ਇੱਥੇ ਵੀ ਸੇਮ ਹੀ ਹੈ। ਆਈ ਮੀਨ ਮੈਂ ਸਟੈਂਡਰਡ ਆਫ ਲਿਵਿੰਗ ਦਾ ਆਪਣੇ ਲੋਕਾਂ ਦੇ ਵਿੱਚ ਜਿਹੜਾ ਕਨਸੈਪਟ ਹੈ ਨਾ, ਉਹ ਸ਼ਾਇਦ ਇਦਾਂ ਦਾ ਸਟੈਂਡਰਡ ਆਫ ਲਿਵਿੰਗ ਸੋਚਦੇ ਨੇ ਕਿ ਸ਼ਾਮ ਨੂੰ ਮੈਂ 3 ਵਜੇ ਘਰੇ ਆ ਜਾਊਂਗਾ ਤੇ ਮੇਰੇ 4 ਵਜੇ ਨੂੰ ਮੇਰੇ ਹੱਥ 'ਚ ਵਾਈਨ ਦਾ ਗਲਾਸ ਹੋਊਗਾ। ਦੈਟਸ ਨਾਟ ਅ ਸਟੈਂਡਰਡ ਆਫ ਲਿਵਿੰਗ, ਠੀਕ ਹੈ? ਦੈਟ ਇਜ਼ ਸਮਥਿੰਗ ਐਸੋਟੈਰਿਕ, ਕਿ ਤੁਹਾਡੀ ਕੋਈ ਫੈਂਟਸੀ ਹੈ। ਆਮ ਨਾਟ ਟਾਕਿੰਗ ਅਬਾਊਟ ਫੈਂਟਸੀ। ਜੇ ਤੁਸੀਂ ਉਦਾਂ ਇਨ ਜਨਰਲ ਗੱਲ ਕਰੋ ਤਾਂ ਇੱਥੇ ਲਾਈਫ ਵਧੀਆ। ਤੁਸੀਂ ਐਟਲੀਸਟ ਤੁਹਾਡੇ ਘਰੇ ਤੁਹਾਡੇ ਸਾਰੀ ਫੈਸਿਲਿਟੀ ਹੈਗੀ ਆ, ਚਾਹੇ ਜਿਹੋ ਜਿਹਾ ਮਰਜ਼ੀ ਕਮਰਾ ਹੋਵੇ, ਮਾਈਕ੍ਰੋਵੇਵ ਹੁੰਦਾ, ਇੱਕ ਚੁੱਲ੍ਹਾ ਹੁੰਦਾ, ਸਾਰਾ ਕੁਝ, ਪਾਣੀ ਚੱਲ ਰਿਹਾ ਤੁਹਾਡਾ। ਤੁਹਾਡੇ ਕੋਲੇ ਹਮੇਸ਼ਾ ਉਰੇ ਖਾਣਾ ਆ, ਖਾਣਾ ਹੈਗਾ, ਬਿਜਲੀ, ਔਰ ਆਪਾਂ ਪਾਣੀ ਤੇ ਬਿਜਲੀ ਨੂੰ ਅੰਡਰ ਐਸਟੀਮੇਟ ਨਹੀਂ ਕਰ ਸਕਦੇ। ਹਾਂ, ਕਲੀਨ ਡਰਿੰਕਿੰਗ ਵਾਟਰ ਹੈ, ਠੀਕ ਹੈ? ਟੈਸਟ ਹੁੰਦਾ, ਉਹ ਹਰ ਰੋਜ਼ ਕਰਦੇ ਨੇ। ਬਾਕੀ ਤੁਸੀਂ ਆਪਣੀ ਲਾਈਫ ਨੂੰ ਜਿਵੇਂ ਵੀ ਲੈ ਕੇ ਜਾਣਾ ਚਾਹੁੰਦੇ ਹੋ, ਮੇਰੇ ਖਿਆਲ ਨਾਲ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ, ਰਾਈਟ? ਜਿਵੇਂ ਮਰਜ਼ੀ ਲੈ ਕੇ ਜਾ ਸਕਦੇ ਹੋ। ਤੁਹਾਡੇ ਕੋਲ ਇੱਕ ਬੇਸ ਹੈਗਾ, ਤੁਹਾਡੇ ਕੋਲ ਇੱਕ ਰਹਿਣ ਨੂੰ, ਤੁਹਾਡਾ ਜਿੰਦਾ ਰਹਿਣ ਨੂੰ ਤੁਹਾਡੇ ਕੋਲ ਫੂਡ ਹੈਗਾ, ਪਾਣੀ ਹੈਗਾ, ਐਂਡ ਇਸ ਪੁਆਇੰਟ ਤੋਂ ਬਾਅਦ ਤੁਸੀਂ ਬਿਲਡ ਕਰਨਾ। ਹੁਣ ਜੇ ਤੁਸੀਂ ਐਦਾਂ ਸੋਚਣ ਲੱਗ ਗਏ ਕਿ ਇੱਥੇ ਸ਼ੁਰੂ ਹੋ ਜਾਂਦੀ ਹੈ ਵਿਕਟਮ ਮੈਂਟੈਲਿਟੀ। ਜੇ ਮੈਂ ਐਦਾਂ ਸੋਚਣ ਲੱਗ ਜਾਣਾ ਕਿ ਯਾਰ ਪਿੱਛੇ ਪਤਾ ਨਹੀਂ ਯਾਰ ਮੇਰਾ ਬਹੁਤ ਵਧੀਆ ਸੀਗਾ, ਉੱਥੇ ਐਦਾਂ ਵਧੀਆ ਸੀ, ਯੂ ਡੋਂਟ ਇਵਨ ਨੋ ਪਿੱਛੇ ਤੇਰੀ ਲਾਈਫ ਬਹੁਤ ਪਿੱਛੇ ਜਾ ਚੁੱਕੀ ਹੈ। ਤੇਰੇ ਫਰੈਂਡਸ ਉੱਥੇ ਨਹੀਂ ਹੈਗੇ ਤੇਰੀ ਗਲੀ 'ਚ, ਤੇਰੇ ਗੁਆਂਢ ਦੇ ਫਰੈਂਡਸ ਜਾ ਚੁੱਕੇ ਨੇ। ਉਹ ਕੋਈ ਚੇਨਈ ਜਾ ਚੁੱਕਾ, ਕੋਈ ਕਿਤੇ ਜਾ ਚੁੱਕਾ। ਪ੍ਰੋਬਬਲੀ ਯੋਰ ਨੇਬਰਸ ਡੋਂਟ ਲਾਈਕ ਯੂ ਬਿਕੋਜ਼ ਤੂੰ ਬਾਹਰ ਆ ਚੁੱਕਾ, ਤੂੰ NRI ਬਣ ਚੁੱਕਾ, ਤਾਂ ਕਰਕੇ ਤੇਰੇ ਨੇਬਰਸ ਤੇਰੇ ਤੋਂ ਜੈਲਸ ਕਰਦੇ ਹੋਣਗੇ। ਦੋਜ਼ ਆਰ ਨਾਟ ਦ ਸੇਮ ਪੀਪਲ, ਠੀਕ ਹੈ? ਇਸ ਕਰਕੇ ਤੈਨੂੰ ਲਾਈਫ ਇੱਥੇ ਹੀ ਬਿਲਡ ਕਰਨੀ ਪੈਣੀ ਆ। ਸੋ ਦੈਟਸ ਵਾਟ ਆਈ ਥਿੰਕ। ਇਹ ਟਾਕ ਮੈਂ ਆਪਣੇ ਆਪ ਨਾਲ ਕਰਦਾ। ਸੋ ਆਈ ਮੀਨ what better else can I do, right? ਕਿ ਇੱਥੇ ਆ ਕੇ ਵੈਸੇ ਵੀ ਜਿੱਦ ਤੱਕ ਮੈਨੂੰ ਲੱਗਦਾ ਕਿ ਨਾ ਬੰਦੇ ਦੀ ਐਡਲਟਿੰਗ ਸਟਾਰਟ ਹੋ ਜਾਂਦੀ ਹੈ। ਮੈਂ ਇੱਥੇ ਜਦੋਂ ਆਇਆ ਸੀਗਾ, ਮੈਂ ਉਦੋਂ ਇੱਕ ਕਿਡ ਸੀ, ਰਾਈਟ? ਮੈਨੂੰ ਮੇਬੀ ਨਹੀਂ ਸੀਗਾ,
ਪਰ ਮੇਬੀ ਮੈਨੂੰ ਅੰਡਰਸਟੈਂਡਿੰਗ ਨਹੀਂ ਸੀ ਇੰਨੀ ਜ਼ਿਆਦਾ। ਹਾਂ ਪਰ ਇੱਥੇ ਆ ਕੇ ਜਦੋਂ ਬੰਦਾ ਨੇ ਖੁਦ ਦਾ ਖਾਣਾ ਦਾ ਦੇਖਣਾ ਹੈ, ਛੋਟੀ ਛੋਟੀ ਚੀਜ਼ਾਂ ਜਿਹੜੀਆਂ ਕਿ ਆਪਣੇ ਪੇਰੈਂਟਸ ਆਪਣਾ ਖਿਆਲ ਰੱਖਦੇ ਨੇ, ਨੇਲ ਕਟਰ ਤੋਂ ਲੈ ਕੇ ਹਨਾ, ਤੁਹਾਨੂੰ ਲਾਈਫ ਦੀ ਆਪਣੀ ਹਰ ਇੱਕ ਲਾਈਫ ਫਿਰ ਤੋਂ ਬਿਲਡ ਕਰਨੀ ਸ਼ੁਰੂ ਕਰਨੀ ਪੈਂਦੀ ਹੈ। ਬਿਲਕੁਲ ਬਿਲਕੁਲ ਯਾਰ, ਇਹ ਜ਼ਰੂਰੀ ਵੀ ਹੈ ਮਤਲਬ। ਔਰ ਲੋਕ ਕੀ ਕਰਦੇ ਨੇ ਮੋਸਟਲੀ ਇਹਦੇ ਵਿੱਚ ਨਾ ਕਨਫਿਊਜ਼ ਹੋ ਜਾਂਦੇ ਨੇ ਕਿ ਮੈਂ ਕੱਲ ਕੋਟ ਪੜ੍ਹ ਰਿਹਾ ਸੀਗਾ ਕਿ ਸਟਾਰਟ ਲਿਵਿੰਗ ਵਿਦ ਅ ਲੇਮ ਮੈਨ ਐਂਡ ਯੂ ਲਰਨ ਹਾਊ ਟੂ ਲਿੰਪ। ਜੇ ਤੁਸੀਂ ਅਜੀਬ ਲੋਕਾਂ ਨਾਲ, ਅਜੀਬ ਇਨ ਦਾ ਸੈਂਸ ਕਿ ਜਿਹੜੇ ਤੁਸੀਂ ਲੋਕਾਂ ਦੇ ਨਾਲ ਰਹੋਗੇ ਜਿਹੜੇ ਕਿ ਖੁਦ ਲਾਈਕ ਲਾਈਫ ਦੇ ਵਿੱਚ ਐਫਰਟਸ ਨਹੀਂ ਪੁੱਟ ਕਰ ਰਹੇ, ਤਾਂ ਮੋਸਟਲੀ ਕੀ ਹੁੰਦਾ ਗਾ, ਹਿਸਟੇਰੀਆ ਹੋ ਜਾਂਦਾ ਆ ਇਦਾਂ ਦਾ। ਔਰ ਆਪਾਂ ਭੀੜ ਦੇ ਵਿੱਚ ਵੀ ਇੰਨੀ ਦੇ ਵਿੱਚ ਰਹਿ ਚੁੱਕ ਰਹੇ ਆ ਕਿ ਲਾਈਕ ਆਪਾਂ ਇਨਫਲੂਐਂਸ ਹੋ ਜਾਂਦੇ ਆ ਕਿ ਓ ਮਾਈ ਗੋਡ, ਉਹ ਬੰਦੇ ਦੇ ਘਰ ਦੇ ਤਾਂ ਉਹਨੂੰ ਇੰਨੇ ਪੈਸੇ ਭੇਜਦੇ ਹਨਾ, ਉਹ ਬੰਦਾ ਐਵੇਂ ਜੀ ਰਿਹਾ, ਉਹਦੇ ਕੋਲੇ ਮਸਟੈਂਗ ਹੈ, ਉਹਦੇ ਬੰਦੇ ਕੋਲੇ ਇਹ ਹੈ, ਉਹਦੇ। ਪਰ ਕਿਉਂਕਿ ਆਪਾਂ ਇੰਨੀ ਗਲੋਬਲਾਈਜ਼ ਸੋਸਾਇਟੀ ਦੇ ਵਿੱਚ ਰਹਿ ਰਹੇ ਹਾਂ, ਤਾਂ ਕਰਕੇ ਇਹ ਵੀ ਹੋ ਗਿਆ ਕਿ ਆਪਾਂ ਉਹਨਾਂ ਨੂੰ ਸਿਮਿਲਰ ਤਰੀਕੇ ਨਾਲ ਕੰਪੇਅਰ ਨਹੀਂ ਕਰ ਸਕਦੇ। ਲੋਕ ਕੀ ਕਰਦੇ ਨੇ, ਪ੍ਰੀਟੈਂਡ ਗੇਮਸ ਖੇਲਦੇ ਨੇ, ਜਦ ਕਿ ਰਿਐਲਿਟੀ ਬਹੁਤ ਡਿਫਰੈਂਟ ਹੁੰਦੀ ਹੈ। ਬਿਲਕੁਲ, ਰਿਐਲਿਟੀ ਬਹੁਤ ਡਿਫਰੈਂਟ ਹੈ। ਲੋਕਾਂ ਦੀ ਲਾਈਫ ਮਤਲਬ, ਇੱਕ ਲੋਕ ਤੁਹਾਨੂੰ ਇੱਕ ਸ਼ੋਅ ਕਰਦੇ ਨੇ ਕਿ ਹਾਂਜੀ ਮੇਰੀ ਲਾਈਫ ਦੇ ਵਿੱਚ ਮੇਰੇ ਕੋਲ ਕਾਰ ਹੈ, ਮੇਰਾ ਸਾਰਾ ਕੁਝ ਪਰਫੈਕਟ ਹੈ, ਮੇਰੇ ਕੋਲ ਘਰ ਹੈਗਾ, ਐਵਰੀਥਿੰਗ, ਐਂਡ ਤੁਹਾਡੇ ਬੱਚੇ ਵਟਐਵਰ ਜੋ ਵੀ ਹੈ। ਬਟ ਐਵਰੀਬਡੀ ਹੈਜ਼ ਅ ਡਾਰਕ ਸਾਈਡ। ਮਤਲਬ ਉਹਦੀ ਕਿਸੇ ਦੇ ਘਰਦਿਆਂ ਨਾਲ ਨਹੀਂ ਬਣਦੀ, ਜਾਂ ਕਿਸੇ ਦੇ ਕੋਈ ਵਾਈਫ ਨਾਲ ਨਹੀਂ ਬਣਦੀ, ਹੈ ਨਾ, ਕੁਝ ਵੀ ਹੋ ਸਕਦਾ। ਮਤਲਬ ਐਵਰੀਬਡੀ ਹੈਜ਼ ਅ ਡਾਰਕ ਸਾਈਡ। ਤੇ ਆਈ ਥਿੰਕ ਪਤਾ ਨਹੀਂ ਹੁਣ ਮੇਰਾ ਟ੍ਰੇਨ ਆਫ ਥਾਟ ਕਿਤੇ ਉੱਧਰ ਨੂੰ ਚਲਾ ਗਿਆ, ਬਟ ਇਹ ਚੀਜ਼ਾਂ ਕੀ ਨੇ, ਹੁਣ ਨਾ ਸਾਹਮਣੇ ਵੀ ਆਣੀਆਂ ਸ਼ੁਰੂ ਹੋ ਰਹੀਆਂ ਨੇ। ਹਾਂ, ਹੁਣ ਇਹ ਕੀ ਹੈ, ਹੁਣ ਲੋਕ ਕੀ ਕਰ ਰਹੇ ਨੇ, ਲੋਕਾਂ ਨੂੰ ਰੀਅਲਾਈਜ਼ ਮੇ ਵੀ ਹੋਣਾ ਸ਼ੁਰੂ ਹੋ ਰਿਹਾ ਹੈਗਾ ਇੰਨੇ ਲੋਕਾਂ ਦੇ ਵਿੱਚ ਰਹਿ ਕੇ ਕਿ ਜੈਨੂਇਨ ਹਿਊਮਨ ਕਨੈਕਸ਼ਨਸ ਮੇ ਵੀ ਕਿਸੇ ਗੱਡੀ ਤੋਂ ਬੈਟਰ ਹੋ ਸਕਦੇ ਨੇ, ਹਨਾ। ਬਿਲਕੁਲ ਯਾ ਔਰ ਹੁਣ ਆਪਾਂ ਆਏ ਨੇ ਮੇਨ ਟੌਪਿਕ ਦੇ ਉੱਪਰ, ਜਿਹੜਾ ਆਪਾਂ ਕਰਨਾ ਹੈਗਾ ਕਿ ਤੁਸੀਂ ਇਸ ਵਕਤ ਆਪਣੇ ਆਪ ਦੇ 22 ਈਅਰ 올ਡ ਨੂੰ ਕੀ ਐਡਵਾਈਸ ਦਵੋਗੇ? ਮੈਂ 22 ਈਅਰ 올ਡ ਨੂੰ ਇਹੀ ਐਡਵਾਈਸ ਦਊਂਗਾ ਕਿ ਥੋੜਾ ਟਾਈਮ ਘੱਟ ਖਰਾਬ ਕਰੀ, ਕਿ ਟਾਈਮ ਵੇਸਟ ਨਾ ਕਰੀ ਚੀਜ਼ਾਂ ਦੇ ਉੱਤੇ। ਸੋ ਪ੍ਰੋਕ੍ਰੈਸਟੀਨੇਸ਼ਨ ਨਾ ਕਰ, ਤੇ ਚੀਜ਼ਾਂ ਨੂੰ ਪੁੱਟ ਆਫ ਨਾ ਕਰਕੇ ਲੇਟਰ ਕਰ ਲੂੰਗਾ, ਬਾਅਦ ਚ ਕਰ ਲੂੰਗਾ। ਤੇ ਬਾਕੀ ਗਲਤ ਲੋਕਾਂ ਦੇ ਉੱਤੇ ਟਾਈਮ ਵੇਸਟ ਨਾ ਕਰੋ। ਕਿਸੇ ਨੂੰ ਜ਼ਿਆਦਾ ਮਤਲਬ ਐ ਨਹੀਂ ਹੈਗਾ ਕਿ ਤੁਸੀਂ ਆਪਣੇ ਰਿਸ਼ਤੇ ਤੋੜ ਲਓ, ਇਦਾਂ ਦੀ ਗੱਲ ਨਹੀਂ ਹੈਗੀ। ਮੈਂ ਕਾਫੀ ਇਦਾਂ ਦੀ ਬੁੱਕ ਸਮਰੀਜ਼ ਵੀ ਪਾਉਣਾ ਹੁਣ ਆਪਦੇ ਉੱਤੇ ਪੋਡਕਾਸਟ ਤੇ ਵੀ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਰਿਲੇਸ਼ਨਸ਼ਿਪ ਖਰਾਬ ਕਰ ਲਓ, ਬਟ ਅਗਰ ਕੋਈ ਬੰਦਾ ਤੁਹਾਡੇ ਲਈ ਗਲਤ ਹੈ, ਟੌਕਸਿਕ ਹੈ, ਜਾਂ ਤੁਹਾਡਾ ਟਾਈਮ ਵੇਸਟ ਕਰ ਰਿਹਾ, ਫਿਰ ਉਹਦੇ ਉੱਤੇ ਆਪਦਾ ਇੰਨਾ ਟਾਈਮ ਨਾ ਲਾਓ। ਇਹ ਰਿਸਕ ਲਈ ਚੱਲੋ, ਕੈਲਕੂਲੇਟਡ ਜੇ ਰਿਸਕ ਲਈ ਜਾਓ, ਤਾਂ ਕਿ ਤੁਸੀਂ ਕੁਛ ਨਾ ਕੁਛ ਨਵਾਂ ਦੇਖ ਸਕੋ ਫਿਊਚਰ ਦੇ ਵਿੱਚ, ਹਨਾ। ਸੋ ਮੈਨੂੰ ਇਹ ਲੱਗਦਾ ਜਿਵੇਂ ਬੁੱਕਸ ਦੇ ਉੱਤੇ ਬੁੱਕਸ ਬੰਦੇ ਦੀ ਲਾਈਫ ਨੂੰ ਚੇਂਜ ਕਰ ਦਿੰਦੀਆਂ, ਕਿਉਂਕਿ ਆਪਾਂ ਇਹ ਚੀਜ਼ ਰੀਅਲਾਈਜ਼ ਨਹੀਂ ਕਰਦੇ ਹੈਗੇ ਕਿ ਅੱਜ ਤੋਂ ਅਗਰ ਆਪਾਂ ਥੋੜੇ ਕੁ ਟਾਈਮ ਪਹਿਲਾਂ ਚੱਲ ਜੀਏ, ਹਨਾ, ਕਿਉਂਕਿ ਟੀਵੀ ਇੰਨੀ ਪੁਰਾਣੀ ਦੇਨ ਨਹੀਂ ਹੈ, ਹਨਾ। ਆਪਾਂ ਮੇਬੀ ਜਦੋਂ ਟੀਵੀ ਆਇਆ ਸੀਗਾ ਉਦੋਂ ਇਹ ਸਭ ਕੁਝ ਨਵਾਂ ਸੀਗਾ, ਪਰਦੇ ਦੇ ਉੱਤੇ ਫਿਲਮਾਂ ਹੁੰਦੀਆਂ ਸੀਗੀਆਂ, ਹਨਾ, ਉਦੋਂ ਕੁਝ ਵੀ ਕਰ ਸਕਦੇ ਹੁੰਦੇ ਸੀ। ਔਰ ਆਪਾਂ ਅੱਜ ਵੀ ਇਸੇ ਕਨਸੈਪਟ ਦੇ ਵਿੱਚ ਰਹਿੰਦੇ ਹਾਂ ਕਿ ਆਪਾਂ ਆਨਲਾਈਨ ਕੁਝ ਵੀ ਪਾ ਸਕਦੇ ਹਾਂ। ਬਟ ਜਿਹੜੀ ਇਹ ਚੀਜ਼ਾਂ ਨੇ, ਇਹ ਕੀ ਨੇ, ਲਾਈਕ ਸੋਰਸ ਆਫ ਐਂਟਰਟੇਨਮੈਂਟ ਦੇ ਨਾਲ ਇੱਕ ਸੋਰਸ ਆਫ ਐਜੂਕੇਸ਼ਨ ਵੀ ਨੇ ਬਹੁਤ ਵੱਡਾ। ਤੇ ਲੋਕਾਂ ਨੇ ਬੁੱਕਸ ਪੜ੍ਹਨੀਆਂ ਇਸ ਪੁਆਇੰਟ ਤੇ ਬੰਦ ਕਰ ਦਿੱਤਾ। ਕਿਸੇ ਨੂੰ ਕਹੋ ਵੀ ਨਾ ਕਿ ਤੂੰ ਬੁੱਕ ਪੜ੍ਹਨੀ ਸ਼ੁਰੂ ਕਰ, ਉਹਦਾ ਰਿਐਕਸ਼ਨ ਹੀ ਹੁੰਦਾ ਕਿ ਮੈਂ ਬੁੱਕਸ ਪੜ੍ਹਨੀਆਂ ਕਿਵੇਂ ਸ਼ੁਰੂ ਕਰ ਸਕਦਾ ਹਾਂ, ਰਾਈਟ। ਪਰ ਲਾਈਕ ਉਹ ਇਹ ਨਹੀਂ ਸਮਝਦੇ ਕਿ ਤੁਸੀਂ ਆਲਮੋਸਟ ਹੁਣ 5 ਸਾਲਾਂ ਤੋਂ ਕਿਸੇ ਵੀ ਫਾਰਮ ਆਫ ਐਜੂਕੇਸ਼ਨ ਤੋਂ ਦੂਰ ਹੋ। ਤੁਹਾਡੀ ਫਾਰਮ ਆਫ ਐਜੂਕੇਸ਼ਨ ਕੀ ਹੈ, ਕੰਟਰੋਲਡ ਹੈ। ਉਹ ਜੋ ਬੁੱਕਸ ਨੇ, ਜੇ ਤੁਸੀਂ 2-2000 ਸਾਲ ਪਹਿਲਾਂ ਵੀ ਬੁੱਕਸ ਪੜ੍ਹੋ ਨਾ, ਤਾਂ ਉਹ ਚੀਜ਼ਾਂ ਰੈਲੀਵੈਂਟ ਨੇ। ਇਹ ਚੀਜ਼ਾਂ ਰੈਲੀਵੈਂਟ ਨੇ ਕਿਉਂਕਿ ਇਨਸਾਨ ਬਦਲੇ ਨਹੀਂ ਹੈਗੇ, ਹਨਾ। ਮੈਂ ਇੱਕ ਉਹ ਵੀ ਦੇਖ ਰਿਹਾ ਸੀਗਾ, ਉਹਨੇ ਨਾ ਇੱਕ ਬੱਚਾ ਸੀਗਾ, ਉਦੋਂ ਨਾ ਬਾਰਕ ਦੇ ਉੱਤੇ, ਇਟਸ ਆਲਮੋਸਟ 160 AD ਦੀ ਗੱਲ ਹੈ, ਉਹ ਨਾ ਬਾਰਕ ਦੇ ਉੱਪਰ ਹਾਇਰੋਗਲਿਫਸ ਦੇ ਨਾਲ, ਉਹ ਇੱਕ ਬੱਚੇ ਦਾ ਹੋਮਵਰਕ ਸੀਗਾ, ਉਹ ਆਪਾਂ ਨੂੰ ਨਾ ਉਹਦੀ ਕਾਪੀ ਮਿਲੀ, ਹੈਨਾ। ਐਂਡ ਉਹਨੇ ਆਪਣੀ ਕਾਪੀ ਦੇ ਐਂਡ ਦੇ ਉੱਤੇ ਨਾ ਉਹ ਹਾਇਰੋਗਲਿਫਸ ਦੇ ਨਾਲ ਉਹ ਬਣਾਈ ਹੋਈਆਂ ਸੀਗੀਆਂ। ਜੇ ਵੀਡੀਓ ਹੋਈ ਤਾਂ ਆਪਾਂ ਇਹਦੇ ਉੱਪਰ ਪੁੱਟ ਅਪ ਵੀ ਕਰ ਦਾਂਗੇ। ਉਹਨੇ ਹਾਇਰੋਗਲਿਫਸ ਦੇ ਨਾਲ ਨਾ ਬੇਸਿਕਲੀ ਡੂਡਲਸ ਬਣਾਏ ਹੋਏ ਸੀਗੇ। ਇੱਕ ਡੂਡਲ ਦੇ ਵਿੱਚ ਉਹ ਇੱਕ ਘੋੜੇ ਦੇ ਉੱਪਰ ਬੈਠਾ ਕਿਸੇ ਨੂੰ ਮਾਰ ਰਿਹਾ ਸੀ, ਐਂਡ ਆਲ ਦੈਟ ਸਟਫ। ਪਰ ਕੀ ਇਨਸਾਨ ਦਾ ਨੇਚਰ ਕੀ ਹੈ, ਉਹ ਚੇਂਜ ਨਹੀਂ ਹੋਇਆਗਾ। ਇਨਸਾਨ ਦਾ ਨੇਚਰ ਉਦਾਂ ਹੀ ਰਹੇਗਾ। ਮੇ ਬੀ ਆਪਾਂ ਆਊਟਸਾਈਡ ਫੈਕਟਰਸ ਤੋਂ ਬਹੁਤ ਜ਼ਿਆਦਾ ਇਨਫਲੂਐਂਸ ਹੋਣ ਲੱਗ ਗਏ। ਔਰ ਬੁੱਕਸ ਕੀ ਨੇ, ਸੋਰਸ ਆਫ ਨੌਲੇਜ ਨੇ ਰਾਦਰ ਦੈਨ ਐਂਟਰਟੇਨਮੈਂਟ। ਜੇ ਤੁਸੀਂ ਥੋੜੀ ਵੀ ਆਪਣੀ ਲਾਈਫ ਦੇ ਵਿੱਚ, ਹੈ ਨਾ, ਕਿਉਂਕਿ ਟ੍ਰੇਨ ਆਫ ਥਾਟ ਹੀ ਚੇਂਜ ਹੋ ਜਾਂਦਾ ਹੈ। ਬਿਲਕੁਲ ਇਹ ਤਾਂ ਗੱਲ ਹੈ। ਔਰ ਮਤਲਬ ਤੁਹਾਨੂੰ ਰੀਅਲ ਵਰਲਡ ਦਾ ਪਤਾ ਲੱਗਦਾ ਹੈ, ਤੁਸੀਂ ਲੋਕਾਂ ਨਾਲ ਕਿਵੇਂ ਡੀਲ ਕਰਨਾ ਹੈ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਪਰਸਨ ਨੂੰ ਮਿਲਦੇ ਹੋ, ਤੁਹਾਨੂੰ ਲੱਗਦਾ ਹੈ ਕਿ ਬੰਦਾ ਬਹੁਤ ਹੀ ਸਿਆਣਾ ਹੈ ਜਾਂ ਬੜਾ ਹੀ ਰੈਸ਼ਨਲ ਇਨਸਾਨ ਹੈ, ਤਾਂ ਪਰ ਉਹ ਕਿਸੇ ਦਿਨ ਆ ਕੇ ਤੁਹਾਨੂੰ ਇਹੋ ਜਿਹੀ ਗੱਲ ਕਰ ਜਾਂਦਾ ਹੈ ਕਿ ਤੁਹਾਨੂੰ ਗੁੱਸਾ ਵੀ ਆ ਰਿਹਾ ਹੁੰਦਾ, ਤੁਹਾਨੂੰ ਇਦਾਂ ਵੀ ਲੱਗਦਾ ਕਿ ਇਹ ਬੰਦਾ ਇਦਾਂ ਦੀ ਗੱਲ ਕਿਵੇਂ ਕਰ ਸਕਦਾ ਵੀ, ਹਨਾ। ਸੋ ਜੇ ਆਪਾਂ ਨੂੰ ਥੋੜੀ ਜਿਹੀ ਨੌਲੇਜ ਹੋਵੇ, ਬੁੱਕਸ ਪੜ੍ਹੀਆਂ ਹੋਣ, ਤਾਂ ਆਪਾਂ ਨੂੰ ਸਾਈਕੋਲੋਜੀ ਬਾਰੇ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿੱਥੋਂ ਬੋਲ ਰਿਹਾ। ਵੈਸੇ ਵੀ ਜਿਹੜੇ ਲੋਕ
ਹਿਸਟਰੀ ਪੜ੍ਹਦੇ ਨਹੀਂ ਹੈਗੇ, ਉਹ ਹਿਸਟਰੀ ਦੁਹਰਾਉਂਦੇ ਨੇ। ਹਾਂ। ਬਹੁਤ ਵਾਰੀ ਚੀਜ਼, ਔਰ ਆਪਾਂ ਨੂੰ ਇਹੋ ਜਿਹੀਆਂ ਚੀਜ਼ਾਂ ਅੱਜ ਦੇ ਟਾਈਮ ਦੇ ਵਿੱਚ ਦੇਖਣ ਨੂੰ ਵੀ ਮਿਲ ਰਹੀਆਂ ਨੇ, ਬਹੁਤ ਕਿਉਂਕਿ ਨੇ, ਅੱਜ yeah. ਦੀ ਗਲੋਬਲਾਈਜੇਸ਼ਨ ਦੇ ਵਿੱਚ ਹਨਾ, ਹੁਣ ਪਹਿਲਾਂ ਕੀ ਹੁੰਦਾ ਸੀਗਾ, ਜੇ ਪਹਿਲਾਂ ਤੁਸੀਂ ਇੱਕ ਕਮਿਊਨਿਟੀ 'ਚ ਰਹਿੰਦੇ ਹੋ, ਤੁਹਾਡੀ ਆਊਟਰੀਚ ਹੁੰਦੀ ਉਹ ਕਮਿਊਨਿਟੀ ਦੇ ਵਿੱਚ ਹੁੰਦੀ ਸੀਗੀ। Yeah. ਅੱਜ ਲਾਈਕ ਪੂਰੀ ਦੁਨੀਆ ਇੱਕ ਕਮਿਊਨਿਟੀ ਬਣ ਚੁੱਕੀ ਹੈ, ਜਿਹਦੇ ਨਾਲ ਇਸ਼ੂਜ਼ ਬਣ ਰਹੇ ਨੇ, ਜਿਹੜੀਆਂ ਵਾਰਸ ਨੇ ਉਹ ਆਪਾਂ ਨੂੰ ਮੂਹਰੇ ਦਿਖਦੀਆਂ ਨੇ, ਦੁਨੀਆ ਦੀਆਂ ਵੱਡੀਆਂ ਵੱਡੀਆਂ ਚੀਜ਼ਾਂ ਹਨਾ, ਇਨਫਲੇਸ਼ਨ ਆਪਾਂ ਨੂੰ ਮੂਹਰੇ ਦਿਖਦੀ ਹੈ। ਇੱਕ ਸਬਮਰੀਨ ਦੇ ਵਿੱਚ ਹਨਾ 5 ਬੰਦੇ ਮਰ ਗਏ, ਉਹ ਆਪਾਂ ਨੂੰ ਲਾਈਕ ਕਿੰਨਾ ਜ਼ਿਆਦਾ ਉਹ ਹੈ, ਆਪਾਂ ਨੂੰ ਸ਼ੋਅ ਕੀਤਾ ਜਾ ਰਿਹਾ ਵਾਰੀ 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 ਵਾਰੀ। ਇਹ ਕੀ ਆਪਣਾ ਟ੍ਰੇਨ ਆਫ ਥਾਟ ਕੀ ਹੈ, ਉਦਾਂ ਹੀ ਚੱਲਦਾ ਆਪਣਾ ਦਿਮਾਗ। ਆਪਾਂ ਫ੍ਰੀ ਟਾਈਮ ਦੇ ਵਿੱਚ ਵੀ ਅਜੀਬ ਚੀਜ਼ਾਂ ਸੋਚਦੇ ਹਾਂ। ਰਾਦਰ ਅਗਰ ਹਿਸਟਰੀ ਪੜਾਂਗੇ ਕਿ ਜੇ ਆਪਾਂ ਉਹਦੀ ਜਿਹੜਾ ਉਹ ਕਿੰਨਾ ਬੰਦਾ ਸੀ ਅਲੈਗਜ਼ੈਂਡਰ ਦ ਗ੍ਰੇਟ ਦੇ ਬਾਰੇ ਪੜਾਂਗੇ, ਉਹ ਜਦੋਂ 23 ਸੀਗਾ, ਉਹ ਆਲਮੋਸਟ ਅੱਧੀ ਦੁਨੀਆ ਜਿੱਤ ਚੁੱਕਿਆ ਸੀਗਾ ਜਦੋਂ 23 ਸਾਲਾਂ ਦਾ ਸੀਗਾ। ਔਰ ਆਪਾਂ ਸੋਚਦੇ ਹਾਂ ਕਿ ਮੈਂ 23 ਸਾਲਾਂ ਦਾ ਆ ਤੇ ਮੈਨੂੰ ਐਕਸਪੀਰੀਅੰਸ ਨਹੀਂ ਹੈ, ਮੈਂ ਕਮਜ਼ੋਰ ਹਾਂ। ਨਹੀਂ, ਬੇਸਿਕਲੀ ਆਪਾਂ ਹਿਸਟਰੀ ਪੜਾਂਗੇ ਤਾਂ ਆਪਾਂ ਨੂੰ ਪਤਾ ਲੱਗੂਗਾ। ਔਰ 5 ਬੰਦੇ ਦੀ ਡੈਥ ਦੀ ਵਾਇਲੈਂਸ ਵਰਸਸ ਉਹਨੇ ਕਿੰਨੇ ਲੋਕਾਂ ਨੂੰ ਮਾਰਿਆ। ਵਾਰ ਦੇ ਵਿੱਚ ਤਾਂ ਡੈਥ ਇੱਕ ਟੂਲ ਹੁੰਦਾ ਹੈ, ਰਾਈਟ? ਬਿਲਕੁਲ, ਉਹ ਤਾਂ ਡੈਥ ਤਾਂ ਇਨੈਵਿਟੇਬਲ ਹੈ, ਗਰਾਊਂਡ ਕਰਦੀਆਂ ਨੇ ਬੁੱਕਸ ਆਪਾਂ ਨੂੰ। ਜਿਹੜਾ ਉਹ ਗੈਂਗਿਸ ਖਾਨ ਸੀਗਾ, ਉਹਨੇ ਕਿੰਨੇ ਲੋਕਾਂ ਨੂੰ ਮਾਰਿਆ ਹਨਾ, ਤੇ ਐਂਡ ਹੀ ਵਾਸ ਅ ਟੋਟਲ ਪੈਜ਼ੈਂਟ, ਪੂਰਾ ਬਾਰਬੈਰਿਕ ਸੀਗਾ, ਉਹਨੂੰ ਕਲਚਰ ਤੋਂ ਕੋਈ ਲੈਣਾ ਦੇਣਾ ਨਹੀਂ ਸੀ। ਉਹ ਬੰਦੇ ਨੇ ਸਿਰਫ ਕਿਲਿੰਗ ਕੀਤੀ ਹੈ ਐਂਡ ਉਹਨੇ ਆਪਣੀ ਪਾਵਰ ਵਧਾਈ ਹੈ। ਐਂਡ ਮਜ਼ੇ ਵਾਲੀ ਗੱਲ ਇਹ ਹੈ ਕਿ ਅੱਜ ਦੀ ਦੁਨੀਆ ਦੇ ਵਿੱਚ ਵੀ ਜਦੋਂ ਬੰਦਾ ਤੁਹਾਡੇ ਸਾਹਮਣੇ ਕੋਟ ਪੈਂਟ ਪਾ ਕੇ ਆਉਂਦਾ ਨਾ, ਉਹਨੂੰ ਇਹੀ ਸਮਝੋ ਕਿ ਹੀ ਇਜ਼ ਗੈਂਗਿਸ ਖਾਨ, ਹੀ ਵਿਲ ਕਿਲ ਯੂ ਇਫ ਹੀ ਵਾਂਟਸ। ਬਟ ਉਹ ਕਿਲ ਕਰੂਗਾ ਤੁਹਾਨੂੰ ਡਿਫਰੈਂਟ ਵੇਜ਼ ਦੇ ਵਿੱਚ। ਉਹ ਤੁਹਾਨੂੰ ਪਰਸੂਏਡ ਕਰੂਗਾ, ਇਨਫਲੂਐਂਸ ਕਰੂਗਾ ਗੱਲਾਂ ਕਰਕੇ ਕਿ ਨਹੀਂ ਹਾਂ ਤੇਰੇ ਲਈ ਆਹ ਠੀਕ ਹੈ, ਤੂੰ ਇਦਾਂ ਕਰ ਲੈ, ਆਹ ਕਰ ਲੈ, ਤਾਂ ਕਿ ਉਹਦੇ ਕੰਮ ਬਣਦੇ ਰਹਿਣ ਤੇ ਤੂੰ ਪਾਵਰਲੈਸ ਸਰੈਂਡਰ ਹੋ ਜਾਏ ਬਿਲਕੁਲ ਐਂਡ ਦੇ ਵਿੱਚ। ਠੀਕ ਹੈ, ਇੰਪਲੋਇਰ ਤੁਹਾਡੇ ਇਦਾਂ ਹੀ ਕਰਦੇ ਆ, ਯੂ ਨੋ, ਦੇ ਬਾਈਂਡ ਯੂ ਇਨ ਅ ਕੰਟਰੈਕਟ ਔਰ ਕੁਝ ਵੀ ਇਸ ਤਰ੍ਹਾਂ ਦਾ। ਉਹ ਤੁਹਾਨੂੰ ਇੰਨਾ ਕੁ ਪਾਵਰਲੈਸ ਰੱਖਦੇ ਆ ਕਿ ਤੈਨੂੰ ਇੰਨੀ ਕੁ ਪੇ ਦੇਈ ਜਾਣਗੇ, ਤੂੰ ਕੁਝ ਜ਼ਿਆਦਾ ਜਾ ਕੇ ਬੋਲੇ ਨਾ, ਤੈਨੂੰ ਸਿਰਫ 19 ਪੇ ਤੱਕ ਹੈਂਗ ਰੱਖਣਗੇ। ਠੀਕ ਹੈ, ਇਫ ਦੇ ਵਾਂਟ ਟੂ ਦੇ ਕੈਨ ਆਲਮੋਸਟ ਡਬਲ ਯਰ ਸੈਲਰੀ ਐਨੀ ਟਾਈਮ। ਉਹਨਾਂ ਕੋਲ ਇੰਨੇ ਪੈਸੇ ਹੁੰਦੇ ਆ ਆਲਵੇਜ਼, ਹੈ ਨਾ। ਔਰ ਵੈਸੇ ਵੀ ਜਦੋਂ ਲੋਕ ਵੱਧ ਜਾਂਦੇ ਨੇ ਤਾਂ ਤੁਹਾਡਾ ਰਿਪਲੇਸੇਬਿਲਿਟੀ ਦਾ ਫੈਕਟਰ ਵੀ ਵੱਧ ਜਾਂਦਾ ਹੈ ਨਾ। ਇਟਸ ਲਾਈਕ ਉਹ ਤੁਹਾਡੇ ਸਿਰ ਦੇ ਉੱਪਰ ਇਹ ਤਲਵਾਰ ਹਮੇਸ਼ਾ ਟੰਗ ਰੱਖਦੇ ਨੇ ਕਿ ਜੇ ਤੂੰ ਚਲਾ ਜਾਏਗਾ ਤਾਂ ਉਹਨਾਂ ਨੂੰ ਹੋਰ ਮਿਲ ਜਾਊਗਾ। ਯਾ ਉਹ ਇਹ ਤਾਂ ਹੈ ਹੀ ਆ। ਔਰ ਉਹ ਆਪਾਂ ਨੂੰ ਔਰ ਹਾਂ, ਜਿਵੇਂ ਕਿ ਇਹ ਚੀਜ਼ ਸ਼ੁਰੂ ਕੀਤੀ ਸੀਗੀ ਹੈਨਰੀ ਫੋਰਡ ਨੇ, ਹਨਾ। ਸਾਰਾ ਕੰਮ ਕੀ ਕੀਤਾ ਸੀ, ਉਹਨਾਂ ਨੇ ਸਪਲਿਟ ਕਰਨਾ ਸ਼ੁਰੂ ਕਰਤਾ। ਇੱਕ ਬੰਦਾ ਸਿਰਫ ਇੱਕ ਪਾਰਟ ਬਣਾਊਗਾ, ਇੱਕ ਬੰਦਾ ਸਿਰਫ ਇੱਕ ਪਾਰਟ ਬਣਾਊਗਾ। ਇਹਨੇ ਕੀ ਕੀਤਾ ਸੀ, ਗੱਡੀਆਂ ਬਣਾਉਣ ਦੇ ਪ੍ਰੋਸੈਸ ਨੂੰ ਰੈਵੋਲੂਸ਼ਨਾਈਜ਼ ਪੂਰੀ ਇੰਡਸਟਰੀਅਲਾਈਜੇਸ਼ਨ ਨੂੰ ਰੈਵੋਲੂਸ਼ਨਾਈਜ਼ ਕਰਤਾ ਸੀ। ਪਰ ਹੁਣ ਇੱਕ ਬੰਦਾ ਆ, ਹਨਾ, ਉਹ ਜਾ ਕੇ ਉਹਦਾ ਕੰਮ ਕੀ ਹੋਗਾ, ਆਪਾਂ ਨੂੰ ਜੈਨੂਇਨਲੀ ਪੁੱਛੀਏ ਤਾਂ ਮੈਂ ਕੰਮ ਕਰਦਾ ਆ ਪੈਕਰ ਦਾ, ਤੇ ਆਪਾਂ ਨੂੰ ਪੁੱਛੇ ਕਿ ਤੂੰ ਲਾਈਕ ਕਰਦਾ ਕੀ ਹੈ, ਮੈਂ ਪੈਕਰ ਹੈ, ਫੂਡ ਦੀ ਉਹ ਹੈ। ਬਟ ਲਾਈਕ ਤੂੰ ਕੰਮ ਕੀ ਕਰਦਾ ਆ? ਓਕੇ, ਮੈਂ ਪੈਕੇਟਸ ਨੂੰ ਚੱਕਦਾ ਆ ਔਰ ਉਹਨੂੰ ਇੱਕ ਡੱਬੇ ਦੇ ਵਿੱਚ ਰੱਖਦਾ ਆ। ਉਹ ਕੀ ਹੈ, ਇੱਕ ਉਹ ਬੰਦੇ ਦਾ ਨਾ ਸੈਂਸ ਆਫ ਪਰਪਸ ਖਤਮ ਹੋ ਜਾਂਦਾ ਲਾਈਫ ਦੇ ਵਿੱਚ। ਉਹ ਤਾਂ ਹੈ, ਸੈਂਸ ਆਫ ਪਰਪਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਜਿਹਨੇ ਸਟੋਇਸਿਜ਼ਮ ਸ਼ੁਰੂ ਵੀ ਕੀਤਾ ਸੀਗਾ, ਜ਼ੀਨੋ, ਹਨਾ, ਉਹ ਆਲਰੇਡੀ ਕਾਫੀ ਫੇਮਸ ਫਿਲੋਸਫਰ ਆਲਰੇਡੀ ਬਣ ਚੁੱਕਿਆ ਸੀਗਾ। ਔਰ ਉਹਦੀ ਸ਼ਿਪ ਸੀਗੀ, ਉਹ ਸਵੀਪ ਆਊਟ ਹੋ ਗਈ ਸੀ, ਉਹਦੀ ਸਾਰੀਆਂ ਵੈਲਥਸ, ਉਹਦੀਆਂ ਸਭ ਕੁਝ, ਉਹ ਬੇਸਿਕਲੀ ਇੱਕ ਗਰੀਬ ਬੈਗਰ ਬਣ ਚੁੱਕਿਆ ਸੀਗਾ। ਉਹਦੀ ਸ਼ਿਪ ਜਦੋਂ ਚਲੀ ਗਈ ਸੀ, ਪਰ ਉਦੋਂ ਵੀ ਉਹਨੇ ਇਹੀ ਕਿਹਾ ਸੀਗਾ ਕਿ ਹਨਾ, ਸਿਰਫ ਉਹ ਇਸ ਚੀਜ਼ ਤੇ ਕੰਟਰੋਲ ਕਰਦਾ ਕਿ ਉਹ ਕੀ ਕਰ ਸਕਦਾ ਹੈ। ਬਿਲਕੁਲ। ਔਰ ਉਹਨੇ ਆਪਣੀ ਲਾਈਫ ਬਹੁਤ ਅੱਜ ਆਪਾਂ ਉਹਦੀ ਗੱਲ ਕਰ ਰਹੇ ਹਾਂ। ਉਹ ਯਾਰ ਗੱਲ ਇਹੀ ਹੈ ਜਿਹੜੀ ਤੂੰ ਹੁਣੇ ਗੱਲ ਕੀਤੀ ਨਾ ਕਿ ਜੌਬਸ ਦੇ ਵਿੱਚ ਪਰਪਸ ਨਹੀਂ ਹੈਗਾ। ਇੱਕ ਨਾ ਨਸੀਮ ਤਾਲੇਬ ਨੇ ਇੱਕ ਗੱਲ ਕਹੀ ਸੀ, ਕਹਿੰਦਾ ਕਿ ਸਭ ਤੋਂ ਡੇਂਜਰਸ ਡਰੱਗ ਹੈ, ਇਹ 3 ਚੀਜ਼ਾਂ ਨੇ, ਹੈਰੋਇਨ, ਇੱਕ ਹੈਗੀ ਹੈ ਕਾਰਬੋਹਾਈਡਰੇਟਸ, ਇੱਕ ਕਹਿੰਦਾ ਮੰਥਲੀ ਸੈਲਰੀ। ਕਹਿੰਦਾ ਇਹ 3 ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਿਰਫ ਕੰਫਰਟ ਦੇ ਵਿੱਚ ਰੱਖਦੀਆਂ ਨੇ, ਤੁਹਾਨੂੰ ਵਾਧਾ ਨਹੀਂ ਕਰਨ ਦਿੰਦੀਆਂ ਤੁਹਾਡੇ ਅੰਦਰ। ਸੋ ਮਤਲਬ ਮੰਥਲੀ ਸੈਲਰੀ ਚਲੋ ਸਸਟੇਨ ਕਰਨ ਲਈ ਹੋਣੀ ਚਾਹੀਦੀ ਆ, ਐਂਡ ਬਟ ਇਹਨੂੰ ਕੱਲਾ ਸੋਲ ਆਪਣਾ ਉਹ ਨਾ ਬਣਾਓ, ਥੋੜਾ ਨਾਲ ਆਪਣੀ ਮੇਬੀ ਕੁਝ ਨਵੀਂ ਆਰਟ ਬਣਾ ਲਓ, ਕੋਈ ਪੇਂਟਿੰਗ ਬਣਾ ਲਓ, ਕੋਈ ਗਾਣੇ ਬਣਾ ਲਓ, ਤਾਂ ਕਿ ਤੁਹਾਨੂੰ ਕਿਤੇ ਉਧਰੋਂ ਵੀ ਕਦੀ ਇਨਕਮ ਆਵੇ। ਆਪਣੀ ਹਿਊਮੈਨਿਟੀ ਅੱਗੇ ਹੀ ਆਰਟ ਦੇ ਥਰੂ ਆਉਂਦੀ ਹੈ। ਔਰ ਆਪਾਂ ਕਿਵੇਂ ਲਾਈਕ ਸਾਈਕੋਸਿਸ ਦੇ ਵਿੱਚ ਹੈ ਕਿ ਕੋਈ ਆਰਟ ਬਣਾਉਣ ਦੇ ਵਿੱਚ ਇੰਟਰਸਟਿਡ ਹੀ ਨਹੀਂ ਹੈਗਾ। ਯਾ ਆਰਟ ਇੰਟਰਸਟਿਡ ਤਾਂ ਨਹੀਂ ਨਾ ਹੈਗਾ ਯਾਰ, ਪੈਸੇ ਨਹੀਂ ਨਾ ਬਣਦੇ ਯਾਰ। ਮਤਲਬ ਹੁਣ ਮੈਂ ਐਵੇਂ ਨਹੀਂ ਕਹਿ ਸਕਦਾ ਕਿ ਕੋਈ ਲੋਕੀ ਇਕੱਠੇ ਹੋ ਕੇ ਕੋਈ ਇਨਸੈਂਟਿਵ ਬਣਾ ਦੋ ਕਿ ਚਲੋ ਆਰਟਿਸਟ ਨੂੰ ਪੈਸੇ ਵੀ ਬੰਦਾ ਉਹੀ ਡਿਜ਼ਰਵ ਕਰਦਾ ਜਿਹੜਾ ਵਧੀਆ ਆਰਟਿਸਟ ਹੈ, ਹਨਾ। ਸੋ ਇਹ ਚੀਜ਼ ਵੀ ਯਾਰ ਮੈਟਰ ਕਰਦੀ ਹੈ ਕਿਤੇ ਨਾ ਕਿਤੇ। ਤੇ ਹੁਣ ਇਸ ਵੇਲੇ ਆਪਾਂ ਇਹੋ ਜਿਹੇ ਵਰਲਡ 'ਚ ਪਹੁੰਚ ਚੁੱਕੇ ਹਾਂ, ਅਗਰ ਤੂੰ ਇੱਥੇ ਕਿਸੇ ਲਈ ਯੂਜ਼ਫੁਲ ਹੈਗਾ ਤਾਂ ਠੀਕ ਹੈ। ਇਫ ਯੂ ਆਰ ਨਾਟ ਯੂਜ਼ਫੁਲ ਇਨ ਐਨੀ ਵੇ, ਸ਼ੇਪ ਔਰ ਫਾਰਮ, ਦੈਨ ਤੁਹਾਡੀ ਕੋਈ ਮੋਨਿਟਰੀ ਵੈਲਿਊ ਨਹੀਂ ਹੈਗੀ, ਤੁਹਾਨੂੰ ਪੈਸੇ ਨਹੀਂ ਮਿਲਣਗੇ।
ਸੋ ਇਹ ਕਰਨਾ ਪੈਂਦਾ ਯਾਰ ਥੋੜਾ ਜਿਹਾ, ਮਤਲਬ ਦੁਨੀਆਦਾਰੀ 'ਚ ਰਹਿਣ ਵਾਸਤੇ ਤੁਹਾਨੂੰ ਪੈਸੇ ਵੀ ਕਮਾਉਣੇ ਪੈਂਦੇ ਆ। ਤੁਹਾਨੂੰ ਪਰ ਮਤਲਬ ਹੁਣ ਆਪਾਂ ਇਸ ਕਨਵਰਸੇਸ਼ਨ ਦੇ ਵਿੱਚੋਂ ਜੌਬਸ ਦੇ ਬਾਰੇ ਤਾਂ ਇਹੀ ਚੀਜ਼ ਕੱਢ ਸਕਦੇ ਹਾਂ ਰਾਈਟ, ਕਿ ਤੁਹਾਨੂੰ ਆਪਣੀਆਂ ਇਹੋ ਜਿਹੀਆਂ ਸਕਿੱਲਸ ਡਿਵੈਲਪ ਕਰਨੀਆਂ ਚਾਹੀਦੀਆਂ ਨੇ, ਮੇਬੀ ਕੰਬੀਨੇਸ਼ਨ ਆਫ ਸਕਿੱਲਸ, ਕਿ Yeah. ਤੁਸੀਂ ਰਿਪਲੇਸ ਨਾ ਹੋ ਪਾਓ, ਕਿਉਂਕਿ ਤੁਹਾਨੂੰ ਉਨੀ ਪੇ ਨਹੀਂ ਮਿਲਦੀ ਹੈਗੀ ਜਿੰਨਾ ਤੁਸੀਂ ਕੰਮ ਕਰਦੇ ਹੋ ਹਨਾ, ਤੁਹਾਨੂੰ ਉਨੀ ਪੇ ਮਿਲਦੀ ਹੈ ਜਿੰਨੇ ਔਖੇ ਤੁਸੀਂ ਰਿਪਲੇਸ ਕਰਨ ਦੇ ਲਈ ਹੋ। ਬਿਲਕੁਲ ਰਾਈਟ, ਦੈਟਸ ਟਰੂ, ਇਹ ਬਿਲਕੁਲ ਸਹੀ ਗੱਲ ਹੈ। ਤਾਂ ਹੀ ਅੱਜ ਕੱਲ੍ਹ ਕਹਿ ਰਹੇ ਨੇ ਕਿ AI ਨੇ ਆ ਕੇ ਰਿਪਲੇਸ ਕਰਨਾ ਜੌਬਸ ਨੂੰ। ਤੇ ਮੈਂ ਪਿੱਛੇ ਜੇ ਹੁਣ ਜਿਵੇਂ ਡਰਾਈਵਿੰਗ ਦੀ ਜੌਬ ਹੈ, ਉਹ ਡਰਾਈਵਿੰਗ ਥਿੰਗ ਇਜ਼ ਹੈ ਔਖੀ ਜੌਬ ਹੈ, ਆਪਾਂ ਮੰਨਦੇ ਹਾਂ, ਪਰ ਜੇ ਤੁਸੀਂ ਕਦੇ ਦੇਖੋਗੇ ਸਾਈਕੋਲੋਜੀ ਦੀ ਬੁੱਕ ਵਿੱਚ ਪੜੋਗੇ ਤਾਂ ਡਰਾਈਵਿੰਗ ਨੂੰ ਇੱਕ ਤਰ੍ਹਾਂ ਦੀ ਅਨਕੌਂਸ਼ੀਅਸ ਐਕਟੀਵਿਟੀ ਮੰਨਦੇ ਆ ਉਹ। ਇਟਸ ਅ ਅਨਕੌਂਸ਼ੀਅਸ ਜੌਬ ਨਹੀਂ ਆ ਉਹ ਸਕਿੱਲ ਇੰਨਾ ਨਹੀਂ ਹੈਗਾ। ਸਕਿੱਲ ਤੁਹਾਡਾ ਮੇਬੀ ਫਲੈਟ ਬੈੱਡ ਦੇ ਵਿੱਚ ਹੋ ਸਕਦਾ ਹੈ ਕਿ ਤੁਸੀਂ ਉਹਨੂੰ ਕਿਵੇਂ ਸਿਕਿਉਰਲੀ ਕਰਦੇ ਹੋ, ਬਟ ਥਿੰਗ ਇਜ਼ ਵਨਸ ਯੂ ਆਰ ਡਰਾਈਵਿੰਗ, ਤੁਸੀਂ ਤੁਹਾਡਾ ਹੱਥ ਸਟੀਅਰਿੰਗ ਤੇ ਆ ਗਿਆ, ਯੂ ਆਰ ਮੋਰ ਲਾਈਕ ਅਨਕੌਂਸ਼ੀਅਸ, ਤੁਸੀਂ ਹਾਈਵੇ ਤੇ ਜਾ ਰਹੇ ਹੋ, ਤੁਸੀਂ ਅਨਕੌਂਸ਼ੀਅਸਲੀ ਡਰਾਈਵ ਕਰਦੇ ਹੋ। ਜੋ ਡਰਾਈਵਰਸ ਨੇ ਉਹਨਾਂ ਨੂੰ ਉਹਨਾਂ ਦੀ ਪੇ ਬੇਸਿਕਲੀ ਉਹਨਾਂ ਦੀ ਹੈਲਥ ਰਿਸਕ ਤੇ ਕਰਕੇ Yes, ਮਿਲਦੀ ਹੈ। health ਉਹਨਾਂ ਦੀ risk. ਬੋਡੀ ਡਿਸਟਰੋਏ ਹੋ ਰਹੀ ਹੁੰਦੀ, ਉਹਨਾਂ ਦਾ ਟਾਈਮ ਜਾ ਰਿਹਾ Yeah. ਹੁੰਦਾ ਹੈਗਾ, ਔਰ ਉਹ ਇੰਨਾ ਟਾਈਮ ਘਰ ਤੋਂ ਬਾਹਰ ਰਹਿਣਾ Yeah. ਤੁਹਾਡੀ ਮੈਂਟਲ ਹੈਲਥ ਦੇ ਉੱਤੇ ਟੋਲ ਲੈਂਦਾ। ਐਂਡ ਆਪਾਂ ਇਹ ਨਹੀਂ ਕਹਿ ਰਹੇ ਕਿ ਉਹ ਕੰਮ ਗਲਤ ਹੈ, ਗਲਤ ਨਹੀਂ ਹੈਗਾ। ਇੱਕ ਮਾਈਂਡ ਦੇ ਵਿੱਚ ਆਈਡੀਆ ਰੱਖੋ ਕਿ ਯਾਰ ਅਗਰ ਮੈਨੂੰ ਇਹ ਕੰਮ ਛੱਡਣਾ ਪੈ ਜੇ ਤਾਂ ਮੇਰੇ ਕੋਲ ਆ ਹੈਗਾ। ਔਰ ਹੁਣ ਆਟੋਨੋਮਸ ਡਰਾਈਵਿੰਗ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਕਿ ਦੂਰ ਹੈ, ਆਟੋਨੋਮਸ ਡਰਾਈਵਿੰਗ ਤਾਂ ਆ ਚੁੱਕੀ ਹੈ। ਆਪਾਂ ਟੋਰਾਂਟੋ ਦੇ ਵਿੱਚ ਬੈਠੇ ਹਾਂ, ਟੋਰਾਂਟੋ ਦੇ ਵਿੱਚ ਇਸ ਵਕਤ ਵੀ ਆਟੋਨੋਮਸ ਟਰੱਕਸ ਚੱਲ ਰਹੇ ਨੇ, ਚੱਲਦੇ ਨੇ ਯਾਰ। ਔਰ ਲਾਈਕ ਇਹ ਚੀਜ਼ਾਂ ਕੀ ਮੇਬੀ ਸਾਹਮਣੇ ਨਹੀਂ ਆਉਂਦੀਆਂ, ਔਰ 5 ਸਬਮਰੀਨ ਦੀ ਡੈਥ ਸਾਹਮਣੇ ਜ਼ਿਆਦਾ ਆ ਗਈਆਂ, ਕਿਉਂਕਿ ਆਪਾਂ ਇਹ ਸ਼ਾਇਦ ਧਿਆਨ ਨਹੀਂ ਦਿੰਦੇ ਕਿ ਜਿਹੜੀ ਮੀਡੀਆ ਆ ਉਹ ਇਸ ਪੁਆਇੰਟ ਦੇ ਉੱਪਰ ਬਹੁਤ ਜ਼ਿਆਦਾ ਕੰਟਰੋਲ ਦੇ ਵਿੱਚ ਹੈ, ਕਿਉਂਕਿ ਮੀਡੀਆ ਜੋ ਹੈ ਇਸ ਪੁਆਇੰਟ ਦੇ ਉੱਪਰ ਕੀ ਹੈ ਸਿਮਿਲਰ ਚੀਜ਼ਾਂ ਗੱਲ ਕਰਦੀ ਹੈ, ਕਿਉਂਕਿ ਪਿੱਛੇ ਫਾਈਨੈਂਸ਼ੀਅਲ ਇੰਟਰਸਟ ਨੇ ਉਹਨਾਂ ਦੇ ਲੋਕਾਂ ਦੇ ਹਨਾ, ਉਹਨਾਂ ਚੀਜ਼ਾਂ ਨੇ। ਜਿਵੇਂ ਹੁਣ ਬਿਗ ਆਇਲ ਹੈ, ਜਾਂ ਫਿਰ ਆਪਾਂ ਇਲੈਕਟ੍ਰਿਕ ਕਾਰਸ ਦੀ ਇੰਡਸਟਰੀ ਨੂੰ ਦੇਖਦੇ ਹਾਂ, ਜਦੋਂ ਵੀ ਕੋਈ ਚੀਜ਼ ਇੱਕ ਜਗ੍ਹਾ ਤੇ ਉੱਤੇ ਸਟੇਬਲ ਹੁੰਦੀ ਹੈ ਨਾ, ਉਦੋਂ ਉਹਦੇ ਵਿੱਚ ਜ਼ਿਆਦਾ ਚੇਂਜਸ ਨਹੀਂ ਆ ਰਹੇ ਹੁੰਦੇ, ਉਦੋਂ ਉਹਦੇ ਵਿੱਚ ਮਨੀ ਵੀ ਨਹੀਂ ਹੁੰਦੀ, ਉਦੋਂ ਉਹਦੇ ਵਿੱਚ ਤਾਂ ਹੀ ਤਾਂ ਵਾਰਸ 'ਚ ਮਨੀ ਹੁੰਦੀ ਹੈ, ਸਟੇਬਲ ਕੰਟਰੀਜ਼ ਦੇ ਵਿੱਚ ਨਹੀਂ ਹੁੰਦੀ ਹੈਗੀ। ਇਸ ਵਕਤ ਕੀ ਹੋ ਰਿਹਾ ਹੈਗਾ, ਇਹ ਚੀਜ਼ਾਂ ਕੀ ਨੇ ਇਨਸਟੇਬਿਲਿਟੀ ਕ੍ਰੀਏਟ ਕੀਤੀ ਹੈ, ਜਿਵੇਂ ਕਿ ਕੋਈ ਕਾਰਸ ਦੇ ਲਈ ਰਿਲੇਟਡ ਵੀ ਕਹਿ ਦਿੰਦਾ ਹੈ ਨਾ, ਇਲੈਕਟ੍ਰਿਕ ਕਾਰਸ ਦੇ ਰਿਲੇਟਡ, ਕਿ ਆਪਣੇ ਕੋਲ ਇੰਨਾ ਲਿਥੀਅਮ, ਆਪਣੇ ਕੋਲ ਬਹੁਤ ਲਿਥੀਅਮ ਹੈ ਨਾ, ਕਿ ਐਵੇਂ ਨਹੀਂ ਹੈਗਾ। ਬਟ ਦ ਥਿੰਗ ਇਜ਼ ਕਿ ਆਪਾਂ ਨੂੰ ਦੋਨੋਂ ਪਰਸਪੈਕਟਿਵ ਨੂੰ ਸੋਚਣਾ ਪਊਗਾ, ਕਿ ਜਿਹੜੇ ਲੋਕ ਇੱਧਰਲੇ ਕਹਿ ਰਹੇ ਨੇ ਗੈਸ ਦੇ, ਜਿਨ੍ਹਾਂ ਦਾ ਗੈਸ ਦੇ ਵਿੱਚ ਫਾਈਨੈਂਸ਼ੀਅਲੀ ਹੈ ਨਾ ਉਹ ਲੋਕ ਗੈਸ ਦੇ ਹਿਸਾਬ ਨਾਲ ਕਹਿ ਰਹੇ, ਔਰ ਜਿਨ੍ਹਾਂ ਦਾ ਆਪਣਾ ਹੈਗਾ ਇਲੈਕਟ੍ਰਿਕ ਉਹਦੇ ਵਿੱਚ, ਕਿਉਂਕਿ ਇਲੈਕਟ੍ਰਿਕ ਕਾਰਸ ਜਦੋਂ ਬਣਨੀਆਂ ਸ਼ੁਰੂ ਹੋਣਗੀਆਂ, ਅ ਲੋਟ ਆਫ ਨਿਊ ਮਿਲੀਅਨਰਸ ਆਰ ਗੋਣਾ ਕਮ ਅਪ। ਔਰ ਜਦੋਂ ਗੈਸ ਦੀ ਚੱਲ ਰਹੀ ਹੈ ਉਹ ਤਾਂ ਫਿਰ ਪੁਰਾਣੀ ਹੈ, ਚੱਲ ਰਿਹਾ। ਬਿਲਕੁਲ, ਮੇਰੀ ਪਰਸਨਲ ਫਿਲਾਸਫੀ ਇਹੀ ਹੈ ਵੀ ਮੈਂ ਇਸ ਚੱਕਰ 'ਚ ਪੈਂਦਾ ਹੀ ਨਹੀਂ ਹੈਗਾ। ਮੇਰੇ ਇੱਕ ਅੰਕਲ ਹੈ, ਹੀ ਇਜ਼ ਡੂਇੰਗ ਵੈਰੀ ਵੈਲ, ਉਹਨਾਂ ਦਾ ਕੰਮ ਵੀ ਵਧੀਆ ਚੱਲ ਰਿਹਾ, ਤੇ ਹੀ ਇਜ਼ ਮੋਰ ਲਾਈਕ ਅ ਕੈਪੀਟਲਿਸਟਿਕ ਮਾਈਂਡ ਹੈ ਨਾ। ਮੈਂ ਉਹਨਾਂ ਨੂੰ ਇੱਦਾਂ ਕਿਹਾ ਕਿ ਮੈਂ ਕਿਹਾ ਯਾਰ ਮਹਿੰਗਾਈ ਬੜੀ ਹੋ ਰਹੀ ਹੈ, ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਇੰਟਰਸਟ ਰੇਟ ਵੱਧ ਰਹੇ ਨੇ, ਮਹਿੰਗਾਈ ਬਹੁਤ ਜ਼ਿਆਦਾ ਹੋ ਗਈ, ਕੁਛ ਇੱਦਾਂ ਦੀ ਗੱਲ ਕੀਤੀ। ਕਹਿੰਦੇ ਹਿੰਮਤ, ਆਪਾਂ ਕਹਿੰਦੇ ਇਹੋ ਜਿਹੀਆਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਹੈਗੇ, ਆਪਾਂ ਆਪਣਾ ਕੰਮ ਕਰਦੇ ਹਾਂ। ਤੇ ਕਹਿੰਦਾ ਇਹ ਆਮ ਲੋਕਾਂ ਦੀ ਸੋਚ ਹੈ, ਆਪਾਂ ਸਿਰਫ ਐਸੈਟਸ ਬਾਏ ਕਰਦੇ ਹਾਂ ਜਦੋਂ ਸਸਤੇ ਹੁੰਦੇ ਨੇ। ਦੈਟਸ ਵਾਟ ਆਈ ਲਾਈਕ, ਇਹ ਜਿਹੜਾ ਇੱਧਰ ਨਿਊਜ਼ ਆ ਗਈ ਕਿ ਰਸ਼ੀਆ 'ਚ ਆ ਹੋ ਗਿਆ, ਚਲੋ ਠੀਕ ਹੈ, ਆਈ ਮੀਨ ਹਿਊਮੈਨਿਟੀ ਦੇ ਉੱਤੇ ਖਤਰਾ ਹੋ ਰਿਹਾ, ਕਿਸੇ ਦੀ ਜਾਨ ਜਾ ਰਹੀ ਹੈ, ਜੋ ਕਿ ਮਾੜੀ ਗੱਲ ਹੈ, ਬਟ ਐਟ ਦੀ ਐਂਡ ਯੂ ਆਰ ਜਸਟ ਅ ਮੰਕੀ ਹੂ ਇਜ਼ ਲਿਵਿੰਗ ਇਨ ਅ ਫੋਰੈਸਟ, ਹੈ ਨਾ। ਕਿਸੇ ਫਲਾਣੇ ਪਰਲੇ ਕਬੀਲੇ, ਪਰਲੇ ਆਈਲੈਂਡ ਦੇ ਵਿੱਚ ਕੋਈ ਕਬੀਲਾ ਆ, ਉਸ ਚਿੰਪ ਨੂੰ ਕੀ ਹੋਇਆ, ਤੁਹਾਨੂੰ ਕੀ ਮਤਲਬ, ਇੰਨਾ ਕੁ ਤੁਹਾਡਾ ਕੰਟਰੋਲ ਹੋਣਾ ਚਾਹੀਦਾ ਮਾਈਂਡ ਤੇ। ਚਾਹੇ ਨਿਊਜ਼ ਆਵੇ, ਠੀਕ ਹੈ, ਆਈ ਮੀਨ, ਬਟ ਐਟ ਦੀ ਐਂਡ ਅਗਰ ਤੁਹਾਡੇ ਰਿਸ਼ਤੇਦਾਰ, ਤੁਹਾਡੇ ਦੋਸਤ ਠੀਕ ਨੇ, ਤੁਸੀਂ ਠੀਕ ਹੋ, ਤੁਹਾਨੂੰ ਇੰਨਾ ਜ਼ਿਆਦਾ ਬੋਦਰ ਨਹੀਂ ਕਰਨਾ ਚਾਹੀਦਾ, ਬਿਕੋਜ਼ ਇਹ ਚੀਜ਼ਾਂ ਤੁਹਾਡੇ ਮਾਈਂਡ ਦੇ ਉੱਤੇ ਨਾ ਤੁਹਾਨੂੰ ਦੁਖੀ ਕਰਨ ਲੱਗ ਜਾਂਦੀਆਂ ਨੇ। ਯੂ ਗੈਟ ਮੈਂਟਲੀ ਟੈਂਸਡ ਕਿ ਯਾਰ ਵਰਲਡ 'ਚ ਕੀ ਚੱਲ ਰਿਹਾ, ਜਾਂ ਇਨਫਲੇਸ਼ਨ ਦਾ ਕੀ ਹੋ ਰਿਹਾ। ਆਪਦਾ ਥੋੜਾ ਜਿਹਾ ਤੁਸੀਂ ਕਿਸੇ ਹੋਰ ਨੂੰ, ਤੁਸੀਂ ਆਪਣੇ ਆਪ ਨੂੰ, ਫਿਰ ਆਪਣੇ ਫਰੈਂਡਸ ਨੂੰ, ਫਿਰ ਆਪਣੀ ਕਮਿਊਨਿਟੀ ਨੂੰ, ਫਿਰ ਮੇਬੀ ਆਪਣੇ ਦੇਸ਼ ਨੂੰ, ਫਿਰ ਮੇਬੀ ਕਿਤੇ ਸਾਰੀ ਦੁਨੀਆ ਨੂੰ, ਪਰ ਲਾਈਕ ਤੁਸੀਂ ਖੁਦ ਦੇ ਅੰਦਰ ਹੀ ਹੈ ਨਾ ਸਟ੍ਰੈਸਡ ਹੋ, ਕਿਉਂਕਿ ਤੁਸੀਂ ਦੁਨੀਆ ਦੀ ਟੈਨਸ਼ਨ ਲੈ ਰਹੇ ਹੋ। ਬਹੁਤ ਵੱਡਾ ਡਿਸਕਨੈਕਟ ਹੋ ਜਾਂਦਾ, ਬਹੁਤ ਵੱਡਾ ਡਿਸਕਨੈਕਟ ਹੈ। ਮੈਂ ਪਹਿਲਾਂ ਸੋਚਦਾ ਹੁੰਦਾ ਸੀ ਜਦੋਂ ਮੈਂ ਯੰਗ ਸੀਗਾ, ਬਟ ਹੁਣ ਤਾਂ ਆਈ ਡੋਂਟ ਥਿੰਕ, ਮੈਂ ਵੀ ਇਦਾਂ ਸੋਚਦਾ ਹਾਂ ਵਰਲਡ ਦੇ ਰਸ਼ੀਆ ਦੇ ਵਿੱਚ ਵਾਰ ਚੱਲ ਪਈ ਹੈ, ਮਤਲਬ ਕਿ ਇਹ ਤਾਂ ਟਿਪਸ ਫਰੋਮ, ਮਤਲਬ ਕਿ ਤੁਸੀਂ ਵਰਲਡ ਦੇ ਬਾਰੇ ਟੈਨਸ਼ਨ ਇੰਨੀ ਨਹੀਂ ਲੈ ਸਕਦੇ, ਮਤਲਬ ਜਿਨ੍ਹਾਂ ਨੂੰ ਲੈਣੀ ਚਾਹੀਦੀ ਹੈ ਇੰਨੀ ਤਾਂ ਉਹ ਵੀ ਨਹੀਂ ਲੈਂਦੇ ਹੋਣਗੇ। ਯਾਰ ਦੇਖ, ਮੈਂ ਕਿਤੇ ਇੱਕ ਥਾਂ ਤੇ ਪੜ੍ਹਿਆ ਸੀ, ਕਹਿੰਦੇ the world is being run by people who know what they are doing and do you know, ਮਤਲਬ ਕਿ ਤੈਨੂੰ ਕਦੇ ਲੱਗਦਾ ਤੂੰ ਕਈ ਵਾਰ ਜੌਬ ਤੇ ਹੁੰਦਾ, ਕਈ ਵਾਰ ਹੁੰਦਾ ਕਿ ਯਾਰ ਸਮਟਾਈਮਸ ਕੋਈ ਇਹੋ ਜਿਹੀ ਸਿਚੁਏਸ਼ਨ ਹੁੰਦੀ ਹੈ, ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਕੀ ਕਰਨਾ ਹੈ, and they are the same people। ਕਿਤੇ ਕੋਈ ਮਿਜ਼ਾਈਲ ਗਿਰੀ, ਕੋਈ ਵਾਰ ਹੋ ਗਈ, they don't even know what to do, and
ਆਪਾਂ ਉਹਨਾਂ ਤੋਂ ਪਰਫੈਕਸ਼ਨ ਵੀ ਐਕਸਪੈਕਟ ਨਹੀਂ ਕਰ ਸਕਦੇ। ਬਟ ਥਿੰਗ ਇਜ਼ ਬਹੁਤ ਸਾਰੇ ਲੋਕ ਵਰਲਡ ਦੇ ਵਿੱਚ ਹੈਗੇ ਨੇ ਜਿਹੜੇ ਤੁਹਾਨੂੰ ਬੇਵਕੂਫ ਬਣਾਉਣ ਤੇ ਲੱਗੇ ਹੋਏ ਆ, ਤੁਹਾਡੇ ਪੋਲੀਟੀਸ਼ੀਅਨਸ ਤੇ ਤੁਹਾਡੇ ਐਜੂਕੇਸ਼ਨ ਵਾਲੇ ਵੀ ਹੋ ਸਕਦੇ ਆ, ਕੋਈ ਵੀ ਇਸ ਤਰ੍ਹਾਂ ਦੇ ਲੋਕ ਹੈਗੇ ਨੇ, ਉਹ ਸ਼ਾਊਟ ਕਰਦੇ ਆ ਹਨਾ, ਇਡੀਓਲੋਜੀ ਸ਼ਾਊਟ ਕਰਦੇ ਆ ਤੁਹਾਡੇ ਉੱਤੇ ਕਿ ਆਹੀ ਹੋਣਾ ਚਾਹੀਦਾ, ਦਿਸ ਇਜ਼ ਗੁੱਡ ਫॉर ਯੂ ਹਨਾ। ਉਹ ਚੀਜ਼ ਥੋੜੀ ਜਿਹੀ ਓਵਰ ਕੌਨਫੀਡੈਂਸ ਹੋ ਜਾਂਦੀ ਹੈ। ਇੰਨਾ ਓਵਰ ਕੌਨਫੀਡੈਂਸ ਚੰਗਾ ਨਹੀਂ ਹੁੰਦਾ ਕਿਸੇ ਵੀ ਚੀਜ਼ ਦਾ, ਯੂ ਕੈਨ ਗੋ ਵੈਰੀ ਫਾਰ ਇਨ ਇਡੀਓਲੋਜੀਜ਼। ਮਤਲਬ ਕਈ ਪੇਜ ਹੈਗੇ ਆ ਟਵਿੱਟਰ ਦੇ ਉੱਤੇ ਜਿੱਦਾਂ ਇਲੂਮੀਨਾਟੀ ਦੇ ਉੱਤੇ ਨੇ, ਦੇ ਗੋ ਸੋ ਫਾਰ ਇਨ ਇਲੂਮੀਨਾਟੀ ਕਿ ਉਹ ਮਤਲਬ ਕਿ ਆਪਣੇ ਡਾਲਰ ਬਿੱਲ ਨੂੰ ਕਦੇ ਐਮ ਰੋੜ ਕੇ ਦੇਖ ਲਿਆ, ਐਦਾਂ ਚਿਹਰਾ ਬਣ ਗਿਆ, ਐਦਾਂ ਚਿਹਰਾ ਬਣ ਗਿਆ। ਲਾਈਕ ਹਾਊ ਆਰ ਯੂ ਗੋਨਾ ਲਿਵ ਯੋਰ ਲਾਈਫ ਕਿ ਤੁਸੀਂ ਜੇ ਨੋਟ ਮਰੋੜੀ ਹੀ ਜਾਓਗੇ। ਔਰ ਪਤਾ ਹੈ ਗੱਲ ਕੀ ਹੈ, ਗੱਲ ਉਹ ਹੁੰਦੀ ਹੈ ਕਿ ਉਹ ਬੰਦੇ ਨੂੰ ਤੁਸੀਂ ਰੀਅਲ ਲਾਈਫ ਦੇ ਵਿੱਚ ਮਿਲੋ ਨਾ, ਉਹਨੂੰ ਇਸ ਚੀਜ਼ਾਂ ਦੇ ਥਰੂ ਇੰਨਾ ਫਾਈਨੈਂਸ਼ੀਅਲ ਇੰਟਰਸਟ ਮਿਲ ਰਿਹਾ ਹੁੰਦਾ ਹੈ, ਹਾਂ ਉਹਨੇ 1000 ਲੋਕ ਕਮਲੇ ਕਰ ਰੱਖੇ ਹੁੰਦੇ ਨੇ ਔਰ ਉਹ ਖੁਦ ਐਸ਼ ਕਰ ਰਿਹਾ ਹੁੰਦਾ, ਐਸ਼ ਕਰ ਰਿਹਾ। ਦੈਟਸ ਵਾਟ ਆਈ ਨੋ। ਇਨਸਾਨ ਇੱਕ ਨਾ ਜਿਹੜੀ ਸਾਈਕੋਲੋਜੀ ਦੇ ਵਿੱਚ ਨਾ ਇੱਕ ਬੇਸ ਇਮੋਸ਼ਨ ਹੁੰਦੇ ਨੇ ਆਪਣੇ। ਤੂੰ ਕੋਈ ਵੀ ਚੀਜ਼ ਕਰਦਾ ਨਾ, ਕੋਈ ਤੇਰੇ ਅੰਦਰ ਮੋਟੀਵੇਸ਼ਨ ਆਉਂਦੀ ਹੈ ਕੁਝ ਕਰਨ ਦੀ, ਦੋ ਚੀਜ਼ਾਂ ਚੋਂ ਆਉਂਦੀ ਹੈ, ਪਲੇਜ਼ਰ ਸੀਕਿੰਗ ਤੇ ਪੇਨ ਅਵੋਇਡੈਂਸ। ਠੀਕ ਹੈ, ਤੂੰ ਪੇਨ ਅਵੋਇਡੈਂਸ ਕਰਨ ਲਈ ਕੁਝ ਵੀ ਕਰੇਗਾ ਤੇ ਤੂੰ ਪਲੇਜ਼ਰ ਸੀਕ ਕਰਨ ਲਈ ਕੁਝ ਵੀ ਕਰੇਗਾ। ਯੂ ਕੈਨ ਕਿਲ, ਯੂ ਕੈਨ ਰੌਬ, ਯੂ ਕੈਨ ਸਟੀਲ। ਠੀਕ ਹੈ, ਥੀਸ ਆਰ ਦੋ ਬੇਸ ਮੋਟੀਵੇਟਰਸ ਨੇ। ਅਗਰ ਉਹ ਬੰਦਿਆਂ ਨੂੰ ਕੁਝ ਨਾ ਕੁਝ ਪਲੇਜ਼ਰ ਮਿਲ ਰਿਹਾ ਉਸ ਚੀਜ਼ ਤੋਂ, ਇੱਕ ਤਾਂ ਉਹਨਾਂ ਨੂੰ ਪਰਸਨਲ ਪਲੇਜ਼ਰ ਮਿਲ ਰਿਹਾ ਕਿ ਮੇਰੇ ਫੋਲੋਅਰ ਵੱਧ ਗਏ, ਠੀਕ ਹੈ, ਤਾਂ ਕਰਕੇ ਪੇਨ ਅਵੋਇਡੈਂਸ ਐਦਾਂ ਹੋ ਗਈ ਕਿ ਉਹਨੂੰ ਕੋਈ ਕੰਮ ਨਹੀਂ ਕਰਨਾ ਪੈ ਰਿਹਾ, ਉਹਨੂੰ ਕੋਈ ਹਾਰਡ ਵਰਕ ਨਹੀਂ ਕਰਨਾ ਪੈ ਰਿਹਾ, ਉਹਨੂੰ ਈਜ਼ੀ ਫੋਲੋਅਰਸ ਮਿਲ ਰਹੇ ਨੇ। ਇਹ ਹਿਊਮਨ ਇਨਸੈਂਟਿਵ ਐਦਾਂ ਵਰਕ ਕਰਦਾ ਕਿ ਮੈਂ ਇਦਾਂ ਹੀ ਸੋਚਦਾ। ਬੇਸਿਕਲੀ ਲੋਟ ਆਫ ਪੀਪਲ ਦੇ ਆਰ ਨਾਰਸਿਸਿਸਟ, ਲਾਈਕ ਉਹਨਾਂ ਨੂੰ ਉਹ ਨਾਰਸਿਸਿਸਟ ਹੁੰਦੇ ਨੇ, ਉਹਨਾਂ ਨੂੰ ਇੰਨੀ ਅਟੈਂਸ਼ਨ ਨਹੀਂ ਮਿਲੀ ਹੁੰਦੀ ਐਂਡ ਆਲ ਆਫ ਅ ਸਡਨ ਉਹ ਰੀਅਲਾਈਜ਼ ਕਰਦੇ ਨੇ ਕਿ ਹਾਂ ਜੇ ਮੈਂ ਇਲੂਮੀਨਾਟੀ ਦੀ ਗੱਲ ਕਰੂੰਗਾ ਤਾਂ ਮੈਨੂੰ ਸ਼ਾਇਦ ਅਟੈਂਸ਼ਨ ਮਿਲੂਗੀ, ਜਾਂ ਮੈਂ ਆਪਣੇ ਧਰਮ ਨੂੰ ਬਚਾਉਣ ਦੀ ਗੱਲ ਕਰੂੰਗਾ, ਮੈਂ ਝੰਡਾ ਚੱਕੂੰਗਾ ਤੇ ਮੈਂ ਪਾਗਲਾਂ ਵਾਂਗੂ ਜਾ ਕੇ ਯੈਲ ਕਰੂੰਗਾ ਤਾਂ ਮੈਨੂੰ ਅਟੈਂਸ਼ਨ ਮਿਲੂਗੀ। ਔਰ ਮਿਲਦੀ ਵੀ ਹੈ, ਆਪਣੀ ਸੋਸ਼ਲ ਕਰੰਸੀ ਹੈ, ਸੋਸ਼ਲ ਕਰੰਸੀ ਹੈ ਔਰ ਉਹ ਮਿਲਦੀ ਵੀ ਹੈ। ਲੋਕ ਲਾਈਵ ਤੇ ਜਾਂਦੇ ਨੇ ਐਂਡ ਜਿਹੜਾ ਬੰਦਾ ਸਾਰੀ ਉਮਰ ਦੇ ਵਿੱਚ ਉਹਨੂੰ ਇੰਨੀ ਅਟੈਂਸ਼ਨ ਨਹੀਂ ਮਿਲੀ ਹੁੰਦੀ, ਨਾਓ ਵਿਮਨ ਆਰ ਕਮਿੰਗ ਟੂ ਹਿਮ ਕਿ ਤੂੰ ਸਾਡਾ ਸੇਵੀਅਰ ਹੈ, ਕੁੜੀਆਂ ਵੀ ਗੱਲਾਂ ਕਰਦੀਆਂ, ਉਹਦਾ ਸਾਰਾ ਕੰਮ ਸੈੱਟ ਹੋ ਜਾਂਦਾ, ਪੈਸੇ ਵੀ ਬਣ ਜਾਂਦੇ ਆ, ਬੀਬੀਆਂ ਨਾਲ ਵੀ ਗੱਲਾਂ ਹੋ ਜਾਂਦੀਆਂ ਤੇ ਖਾਣੇ ਪੀਣੇ ਦਾ ਵੀ ਡਨ ਹੋ ਜਾਂਦਾ। ਸੋ ਵਾਟ ਐਲਸ ਡੂ ਯੂ ਵਾਂਟ ਇਨ ਲਾਈਫ? ਤਾਂ ਬੇਸਿਕਲੀ ਆਪਾਂ ਹਾਲ ਤੱਕ ਕਿ ਤੁਸੀਂ ਸਾਰੀ ਦੁਨੀਆ ਦੀ ਟੈਨਸ਼ਨ ਲੈ ਸਕਦੇ ਹੈ ਨਾ, ਯਾ ਔਰ ਜੇ ਤੁਹਾਨੂੰ ਇਰਰੀਪਲੇਸੇਬਲ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਕਿੱਲਸ ਡਿਵੈਲਪ ਕਰਨੀਆਂ ਪੈਣੀਆਂ ਨੇ। ਇੱਕ ਚੀਜ਼ ਦੇ ਵਿੱਚ ਨਹੀਂ, ਮੇਬੀ ਮੋਸਟ ਸਕਸੈਸਫੁਲ ਲੋਕ ਨੇ 2 ਜਾਂ 3 ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਉਹਨਾਂ ਦੀਆਂ ਸਕਿੱਲਸ ਹੁੰਦੀਆਂ ਜਿਹੜਾ ਉਹਨਾਂ ਮੈਕਸ ਕਰ ਰੱਖਿਆ ਹੁੰਦਾ। ਇਦਾਂ ਨਹੀਂ ਹੁੰਦਾ ਕਿ ਉਹ ਪਰਫੈਕਟ ਹੁੰਦੇ ਨੇ, ਰਾਈਟ। ਯਾ ਔਰ ਤੀਜੀ ਮੈਂ ਹੀ ਇੰਟਰੋਡਿਊਸ ਕਰ ਦਵਾਂਗਾ ਕਿ ਕਦੇ ਵੀ ਆਪਣੇ ਵਰਕ ਤੇ ਪਲੇ ਨੂੰ ਮਿਕਸ ਨਾ ਕਰੋ। ਇਹ ਗੱਲ ਨੂੰ ਆਪਾਂ ਇਸ ਪੁਆਇੰਟ ਦੇ ਉੱਪਰ ਬਹੁਤ ਹੋ ਚੁੱਕੇ ਕਿ ਆਪਾਂ ਮੈਂ ਆਇਆ ਸੀਗਾ ਉਰੇ ਯੰਗ, ਔਰ ਮੈਨੂੰ ਇਹ ਚੀਜ਼ ਵੀ ਪਤਾ ਨਹੀਂ ਸੀ, ਔਰ ਆਪਾਂ ਵਰਕ ਤੇ ਪਲੇ ਨੂੰ ਮਿਕਸ ਕਰਨ ਲੱਗ ਜਾਂਦੇ ਆ। ਆਪਾਂ ਨੂੰ ਲੱਗਦਾ ਕਿ ਆਪਾਂ ਜੇ 16 ਘੰਟੇ ਕੰਮ ਕਰ ਰਹੇ ਹਾਂ, ਮੇਬੀ ਤਾਂ ਹੀ ਤੁਸੀਂ 16 ਘੰਟੇ ਕੰਮ ਕਰ ਰਹੇ ਹੋ, ਤਾਂ ਤੁਸੀਂ 16 ਘੰਟੇ ਤੁਸੀਂ ਇਦਾਂ ਨਹੀਂ ਆਇਆ ਕਿ ਤੁਸੀਂ ਜੋ ਕਰ ਰਹੇ ਹੋ ਐਟਲੀਸਟ ਤੁਸੀਂ ਉਹਨੂੰ 8 ਘੰਟੇ ਵੀ ਕਰੋ, ਤੁਸੀਂ ਉਹਨੂੰ ਅੱਛੇ ਤਰੀਕੇ ਨਾਲ ਤੁਹਾਨੂੰ ਰੈਂਕਸ ਦੇ ਵਿੱਚ ਪ੍ਰਮੋਸ਼ਨ ਮਿਲੂ। ਜੇ ਤੁਹਾਡਾ EMPLOYER ਤੁਹਾਨੂੰ ਦੇਖ ਰਿਹਾ ਆ, ਰਾਈਟ, ਕਿ ਇਹ ਬੰਦਾ ਦੂਜੇ ਬੰਦਿਆਂ ਨਾਲੋਂ ਵੱਧ ਐਫਰਟਸ ਪੁੱਟ ਇਨ ਕਰ ਰਿਹਾ, ਤਾਂ ਆਈ ਡੋਂਟ ਥਿੰਕ ਕਿ ਇਹ ਪੋਸੀਬਲ ਹੈ ਕਿ ਤੁਹਾਨੂੰ ਪ੍ਰਮੋਸ਼ਨ ਨਾ ਮਿਲੇ। ਕਿਉਂਕਿ ਮੈਂ ਇੱਥੇ 18 ਦਾ ਆਇਆ ਸੀਗਾ, ਰਾਈਟ। ਮੇਰਾ ਫਰਸਟ ਕੰਮ ਜਿਵੇਂ ਸੀਗਾ ਊਬਰ ਚਲਾਉਣ ਦਾ, ਮੈਂ ਉਸ ਤੋਂ ਬਾਅਦ ਸਿਕਿਉਰਿਟੀ ਕਰਨੀ ਸਟਾਰਟ ਕੀਤੀ। ਮੈਨੂੰ ਸਿਕਿਉਰਿਟੀ ਕਰਦੇ ਲਾਈਕ ਮੇਬੀ ਵਿਦਿਨ ਅ ਈਅਰ ਮੈਨੂੰ ਡਿਸਪੈਚ ਦਾ ਉਹ ਡਿਊਟੀਜ਼ ਮਿਲ ਗਈਆਂ ਸੀ। ਫਿਰ ਮੈਂ ਡਿਸਪੈਚ ਦੀ ਡਿਊਟੀਜ਼ ਬਹੁਤ ਪਰਫੈਕਟਲੀ ਕੀਤੀਆਂ, ਆਪਾਂ ਕੋਈ ਕੰਮ ਨਹੀਂ ਆਪਣਾ ਸਕਿਪ ਕੀਤਾ, ਔਰ ਉਹਨਾਂ ਨੂੰ ਕਿਸੇ ਨੂੰ ਹੋਰ ਚੀਜ਼ ਤੋਂ ਮਤਲਬ ਵੀ ਨਹੀਂ ਹੁੰਦਾ। ਜੇ ਤੁਸੀਂ ਆਪਣਾ ਕੰਮ ਕਰ ਰਹੇ ਹੋ, ਮੈਨੂੰ ਪ੍ਰਮੋਸ਼ਨ ਮਿਲ ਗਈ ਹੈ ਨਾ, ਉਸ ਤੋਂ ਬਾਅਦ ਆਪਾਂ ਆਪਣਾ ਜੋ ਮੇਰਾ ਕੰਮ ਸੀਗਾ, ਮੈਂ ਕਦੇ ਵਰਕ ਤੇ ਪਲੇ ਨੂੰ ਮਿਕਸ ਨਹੀਂ ਕੀਤਾ, ਆਪਾਂ ਕੰਮ ਦੇ ਉੱਪਰ ਕੰਮ ਕੀਤਾ ਐਂਡ ਆਪਾਂ ਨੂੰ ਪ੍ਰਮੋਸ਼ਨਸ ਮਿਲਦੀਆਂ ਰਹੀਆਂ। ਪਲੇ ਦੇ ਟਾਈਮ ਦੇ ਵਿੱਚ ਬਹੁਤ ਪਲੇ ਵੀ ਕੀਤਾ ਹੈ ਨਾ, ਔਰ ਉਹਦੇ ਨਾਲ ਹੀ ਆਪਣੀ ਮੇਬੀ ਮੈਂਟਲ ਹੈਲਥ ਵੀ ਓਕੇ ਰਹੀ। ਬਿਲਕੁਲ। ਯਾ ਵਰਕ ਤੇ ਪਲੇ ਨੂੰ ਮਿਕਸ ਨਾ ਕਰੋ, ਡਰੱਗਸ ਕੰਮ ਤੇ ਬਿਲਕੁਲ ਵੀ ਨਾ ਕਰੋ, ਕੰਮ ਤੇ ਕੀ ਉਦਾਂ ਵੀ ਨਾ ਕਰੋ ਭਾਈ। ਯਾ ਦਾਰੂ ਵੀ ਡਰੱਗ ਹੈ, ਯਾ ਚਾਹ ਵੀ ਡਰੱਗ ਹੈ ਹਨਾ। ਨਹੀਂ ਚਾਹ ਤਾਂ ਮੈਂ ਪੀਣਾ ਯਾ, ਪਰ ਲਾਈਕ ਹਰ ਇੱਕ ਚੀਜ਼ ਮੈਨੂੰ ਲੱਗਦਾ ਹੈ ਕਿ ਨਹੀਂ ਐਨੇ ਸੱਚੇ ਨਹੀਂ ਬਣਾਂਗੇ ਆਪਾਂ, ਚਾਹ ਤਾਂ ਆਪਾਂ ਪੀ ਕਿਉਂਕਿ ਨਟਮੈਗ ਵੀ ਡਰੱਗ ਹੈ। ਜੇ ਤੁਸੀਂ ਇਫ ਯੂ ਰੀਅਲੀ ਸਟੱਡੀ ਅਬਾਊਟ ਸਟਫ, ਤਾਂ ਆਪਾਂ ਜੋ ਵੀ ਖਾਂਦੇ ਆ ਹਰ ਇੱਕ ਚੀਜ਼, ਔਰੇਂਜਸ ਦੇ ਵਿੱਚ ਹਰ ਇੱਕ ਫਰੂਟ ਦੇ ਵਿੱਚ 0.5% ਐਲਕੋਹਲ ਹੁੰਦਾ। ਕਿਸੇ ਵੀ ਚੀਜ਼ ਨੂੰ ਐਲਕੋਹਲ ਕੰਸੀਡਰ ਕਰਨ ਦੇ ਲਈ ਵੀ ਹਨਾ ਆਪਾਂ ਨੂੰ ਉਹਦੇ ਲਾਈਕ ਮੇਬੀ 3% ਆਈ ਥਿੰਕ ਉਹਦਾ ਗਵਰਨਮੈਂਟ ਮੈਂਡੇਟਡ ਸਟਫ। ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲ ਚੁੱਕਿਆ ਜਿਹੜੇ ਕੰਮ ਦੇ ਉੱਤੇ ਦਾਰੂ ਪੀਂਦੇ ਨੇ। ਨਹੀਂ ਉਹ ਤਾਂ ਗਲਤ ਹੈ, ਤਾਂ ਹੀ ਉਹ ਅਜੀਬ ਹੋ ਜਾਂਦਾ ਸਿਸਟਮ। ਐਂਡ ਮੈਂ ਬਾਕੀ ਇੱਕ ਗੱਲ ਇਹ ਕਹਿਣਾ ਚਾਹੁੰਦਾ ਵੀ ਨਾ, ਤੁਸੀਂ ਕੈਨੇਡਾ ਚ ਆਏ ਹੋ ਨਾ, ਤੁਸੀਂ ਐਜ਼ ਇਕਨੋਮਿਕ ਇਮੀਗ੍ਰੈਂਟ ਆਏ ਹੋ, ਤੁਸੀਂ ਪੜ੍ਹ ਲਿਖ ਕੇ ਆਏ ਹੋ, ਥੋੜਾ ਜਿਹਾ ਇੰਗਲਿਸ਼ ਨੂੰ ਡਿਵੈਲਪ ਕਰੋ, ਠੀਕ ਹੈ। ਔਰ ਐਦਾਂ ਦੀ ਇੰਗਲਿਸ਼ ਨਾ ਡਿਵੈਲਪ ਕਰੋ ਕਿ ਜਿਹੜੀ ਇੰਡੀਆ 'ਚ ਚੱਲਦੀ ਸੀ, ਜਿਹੜੀ ਇੱਥੇ ਚੱਲਦੀ ਹੈ, ਜਿਹੜੇ
ਫਿਰ ਤੁਹਾਨੂੰ ਨਾ ਤੁਹਾਡੀ ਲਾਈਫ ਈਜ਼ੀ ਹੋ ਜਾਊਗੀ ਜਦੋਂ ਤੁਸੀਂ ਕਿਤੇ ਹਾਇਰ ਹੋਣਾ ਹੋਊਗਾ ਨਾ। ਜਿੱਦਾਂ ਤੂੰ ਐਗਜ਼ਾਮਪਲ ਦਿੱਤੀ ਸੀਗੀ ਕਿ ਕੋਈ ਬੰਦਾ ਪੈਕੇਜਿੰਗ ਕਰਦਾ ਹੈ, ਕਿਸੇ ਪ੍ਰੋਡਕਟ ਦੀ ਪੈਕੇਜਿੰਗ ਕਰਦਾ ਹੈ, ਉਹ ਜਦੋਂ ਕਿਤੇ ਹੋਰ ਜਾ ਕੇ ਇੰਟਰਵਿਊ ਦਊਗਾ ਨਾ, ਉਹਦੀ ਸਪੀਚ ਐਦਾਂ ਨਹੀਂ ਖਤਮ ਹੋਣੀ ਚਾਹੀਦੀ ਕਿ ਹਾਂ ਓਕੇ ਆਈ ਪੈਕੇਜ ਥੀਸ ਬਾਕਸਿਸ ਐਂਡ ਉਹ ਚੁੱਪ ਹੋ ਜਾਏ। ਉਹ ਐਦਾਂ ਚੱਲਣਾ ਚਾਹੀਦਾ ਕਿ ਓਕੇ ਆਈ ਐਮ ਅ ਪੈਕੇਜ ਹੈਂਡਲਰ, I coordinate with my supervisors, I punch in the time, मतलब कि not punch in, I do the time sheets, you know, ਸਾਰਾ ਕੁਝ ਜੋ ਵੀ ਉਹਦੇ ਰਿਲੇਟਡ ਹੈਗਾ, I coordinate with this person, I coordinate with my boss, I coordinate with the health and safety guy, every sort of shit. ਤੂੰ ਜਦ ਤੱਕ ਤੇਰੇ ਵਰਡ ਨਹੀਂ ਖਤਮ ਹੁੰਦੇ, if you don't have the words, you're not gonna get opportunities. ਇਹ ਬਹੁਤ ਸੱਚੀ ਗੱਲ ਹੈ। ਕੌਨਫੀਡੈਂਸ ਕੀ ਹੈ, ਕਿਉਂਕਿ ਆਪਾਂ ਇਹ ਤਾਂ ਸਾਈਕੋਲੋਜੀਕਲ ਫਿਨੋਮੀਨਾ ਹੈ ਕਿ ਮੋਸਟ ਆਫ ਦ ਲੋਕ ਇਹ ਚੀਜ਼ ਸਮਝ ਨਹੀਂ ਪਾਉਂਦੇ ਹੈਗੇ ਕਿ ਦੂਜਾ ਜੋ ਬੰਦਾ ਹੈ ਨਾ, ਉਹਦੀ ਵੀ ਇੱਕ ਪੂਰੀ ਭਰੀ ਹੋਈ ਲਾਈਫ ਹੈ, ਉਹ ਵੀ ਲੋਕ ਨੇ ਉਹਨੂੰ ਜਿਨ੍ਹਾਂ ਨੂੰ ਪਿਆਰ ਕਰਦਾ ਹੈ ਨਾ, ਉਹਨੂੰ ਵੀ ਪਤਾ ਆ ਕਿ ਕਿਵੇਂ ਹੁੰਦਾ ਆ, ਉਹ ਵੀ ਮੇ ਬੀ ਜੌਬ ਦੇ ਉੱਤੇ ਝੂਠ ਬੋਲ ਕੇ ਆਇਆ ਹੋਇਆ ਸੀਗਾ, ਹੈ ਨਾ। ਇਹ ਸਭ ਚੀਜ਼ਾਂ ਬਾਕੀ ਸਭ ਨੂੰ ਪਤਾ ਹੁੰਦਾ ਆ ਕਿ ਕੌਨਫੀਡੈਂਟ ਜੇ ਤੁਸੀਂ ਹੈਗੇ ਹੋ ਤਾਂ ਤੁਸੀਂ ਬੇਸਿਕਲੀ ਕਿਸੇ ਨੂੰ ਵੀ ਫੂਲ ਕਰ ਸਕਦੇ ਹੋ। I'm not saying ਕਿ ਫੂਲ ਕਰਨਾ ਹੈ, ਬਟ ਆਪਣੇ ਜਿਹੜੀਆਂ ਤੁਸੀਂ ਜੌਬ ਡਿਊਟੀਆਂ ਨਿਭਾ ਰਹੇ ਹੋ ਨਾ, ਆਪਾਂ ਕਈ ਵਾਰੀ ਉਹਨੂੰ ਫੁੱਲ ਪ੍ਰੈਜ਼ੈਂਟ ਹੀ ਨਹੀਂ ਕਰਦੇ। ਲਾਈਕ ਵੀ ਜਸਟ ਲੀਵ ਬਿਹਾਈਂਡ ਸੋ ਮੈਨੀ ਡਿਟੇਲਸ ਕਿ ਤੁਸੀਂ ਕਈ ਵਾਰ ਕਾਫੀ ਕੰਮ ਵਧੀਆ ਵੀ ਕਰ ਰਹੇ ਹੁੰਦੇ ਹੋ, ਜੌਬ ਦੇ ਨਾਲ ਕੁਝ ਹੋਰ ਕਰ ਰਹੇ ਹੁੰਦੇ ਹੋ, ਕੋਈ ਜਿੱਦਾਂ ਹੁਣ ਤੂੰ ਸਿਕਿਉਰਿਟੀ 'ਚ ਕਰਦਾ ਹੈਗਾ ਕੰਮ, ਤੇ ਕਿਤੇ ਤੂੰ ਕਿਸੇ ਹੋਮਲੈਸ ਨੂੰ ਕੋਈ ਫੂਡ ਦੇਤਾ ਜਾਂ ਕਦੇ ਕਿਸੇ ਹੋਮਲੈਸ ਦੀ ਹੈਲਪ ਕਰਤੀ ਕਿਸੇ ਦੀ, ਹੈ ਨਾ। ਯੂ ਸ਼ੁਡ ਟੈਲ ਆਲ ਦ ਸਟੋਰੀਜ਼, ਰਾਈਟ। ਅਗਰ ਤੁਸੀਂ ਉਹ ਸਟੋਰੀ ਨਹੀਂ ਦੱਸੋਗੇ ਤਾਂ ਅਗਲੇ ਨੂੰ ਲੱਗੂਗਾ ਨਹੀਂ। ਜੇ ਤੂੰ ਇਹ ਦੱਸੇਗਾ, ਅਗਲਾ ਕਹੂਗਾ ਹਾਂ ਯਾਰ ਇਹ ਬੰਦੇ 'ਚ ਕੰਪੈਸ਼ਨ ਵੀ ਹੈਗਾ, ਇਹ ਬੰਦਾ ਇਹ ਹੈਂਡਲ ਵੀ ਕਰ ਸਕਦਾ ਇਹੋ ਜਿਹੀ ਸਿਚੁਏਸ਼ਨ। ਸੋ ਆਈ ਮੀਨ, ਕਿਉਂਕਿ ਆਪਣਾ ਮੇਨ ਫਾਰਮ ਆਫ ਕਮਿਊਨੀਕੇਸ਼ਨ ਹੈ ਨਾ, ਸਪੈਸ਼ਲੀ ਇੰਡੀਆ ਦੇ ਵਿੱਚ ਪੰਜਾਬੀ ਹੁੰਦਾ ਸੀਗਾ। ਤੁਸੀਂ ਕੀ ਬੋਲਦੇ ਹੋ ਹਨਾ, ਮੈਟਰ ਉਹੀ ਕਰਦਾ ਹੈ। ਪਰ ਜੇ ਤੁਸੀਂ ਇੰਗਲਿਸ਼ ਦੇ ਵਿੱਚ ਗੱਲ ਵੀ ਨਹੀਂ ਕਰ ਸਕਦੇ ਹੈਗੇ ਤੇ ਤੁਸੀਂ ਲੋਕਾਂ ਦੇ ਨਾਲ ਹਨਾ ਸਹੀ ਤਰੀਕੇ ਦੇ ਨਾਲ ਉਹ ਵੀ ਨਹੀਂ ਕਰ ਸਕਦੇ ਹੈਗੇ, ਤਾਂ ਬੇਸਿਕਲੀ ਤਾਂ ਸਾਹਮਣੇ ਵਾਲੇ ਬੰਦੇ ਨੂੰ ਪਤਾ ਹੀ ਕੀ ਲੱਗੂਗਾ ਹਨਾ ਕਿ ਤੁਸੀਂ ਹੈ ਵੀ ਕੀ ਹੋ। ਬਿਲਕੁਲ। ਐਂਡ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਹਾਡਾ ਐਕਸੈਂਟ ਪਰਫੈਕਟ ਹੋਣਾ ਚਾਹੀਦਾ। ਐਕਸੈਂਟ ਕੋਈ ਚੱਕਰ ਨਹੀਂ, ਤੁਸੀਂ ਸਿਰਫ ਮੂੰਹ ਕੱਢੋ। ਚਾਹੇ ਮੈਂ ਕਹਿੰਦਾ ਤੁਹਾਡੇ ਜਿਹੜੇ ਵਿੱਚੋਂ ਵਰਡ ਨੇ, ਚਾਹੇ ਖਾ ਜਾਓ, ਐਂਡ ਖਾ ਜਾਓ, ਦ ਖਾ ਜਾਓ, ਬਟ ਜਿਹੜਾ ਵਰਡ ਬੋਲਣਾ ਹੈ ਉਹ ਹੋਣਾ ਚਾਹੀਦਾ ਫਿਰ ਉੱਥੇ, ਹਨਾ। ਸੋ ਉਹ ਮੇਰੇ ਖਿਆਲ ਮੈਟਰ ਕਰਦਾ ਵੀ ਆਰਟੀਕੂਲੇਟ ਬਣੋ। ਮਤਲਬ ਆਪਾਂ ਜ਼ਿਆਦਾ ਲੰਬਾ ਉਹਨੂੰ ਬਣਾਤਾ, ਬਟ ਆਰਟੀਕੂਲੇਟ ਬਣੋ, ਚੀਜ਼ਾਂ ਨੂੰ ਐਕਸਪਲੇਨ ਕਰ ਪਾਓ ਲੋਕਾਂ ਨੂੰ, ਰਾਈਟ। ਤੇ ਉਹ ਬੈਟਰ ਹੈਗਾ। ਬਟ ਮੈਂ ਇਹੀ ਕਹੂੰਗਾ ਕਿ 22 ਸਾਲਾਂ ਦੇ ਬੰਦੇ ਨੂੰ ਤਾਂ ਮੈਂ ਇਹੀ ਕਹੂੰਗਾ ਵੀ ਤੂੰ ਇਦਾਂ ਕਰ, ਹੈ ਨਾ। ਬਟ ਯਾਰ ਮੋਰ ਲਾਈਕ ਰਿਸਕ ਲਓ, ਹੈ ਨਾ, ਬੀ ਡੇਂਜਰਸ, ਰਿਸਕ ਲਓ। ਤੁਸੀਂ ਜਿੰਨਾ ਜ਼ਿਆਦਾ ਡੇਂਜਰ ਚੋਂ ਨਿਕਲੋਗੇ ਨਾ, ਤੁਹਾਡੇ ਮਾਈਂਡ ਦੇ ਉੱਤੇ ਉਨੇ ਜ਼ਿਆਦਾ ਸਕਾਰਸ ਹੋਣਗੇ। ਯੂ ਹੈਵ ਬਿਨ ਥਰੂ ਸਮਥਿੰਗ, ਰਾਈਟ। ਐਂਡ ਆਲਸੋ ਤੁਹਾਡੇ DNA ਦੇ ਅੰਦਰ ਨਾ ਚੇਂਜਸ ਆਉਂਦੇ ਰਹਿੰਦੇ ਨੇ ਵੈਨ ਯੂ ਡੂ ਸਮਥਿੰਗ ਥ੍ਰਿਲਿੰਗ ਜਾਂ ਕੁਝ ਡਿਫਰੈਂਟ। ਤੁਹਾਡੀ ਬਾਡੀ ਦੇ ਅੰਦਰ, ਤੁਹਾਡੇ DNA ਦੇ ਅੰਦਰ ਕੋਈ ਪ੍ਰੋਟੀਨ ਚੇਂਜਸ ਆਉਂਦੇ ਨੇ ਜਿਹੜੇ ਤੁਹਾਡੇ ਬੱਚਿਆਂ ਨੂੰ ਵੀ ਪਾਸ ਆਨ ਹੁੰਦੇ ਆ। ਇਫ ਯੂ ਆਰ ਨਾਟ ਅ ਰਿਸਕ ਟੇਕਰ, ਮੇਬੀ ਯੂਰ ਚਿਲਡਰਨ ਵਿਲ ਨਾਟ ਬੀ ਅ ਰਿਸਕ ਟੇਕਰ, ਰਾਈਟ। ਸੋ ਆਈ ਵੁੱਡ ਲਾਈਕ ਮਾਈ ਜ਼ਿੰਦਗੀ ਨਹੀਂ ਕਰ ਸਕਦੇ ਆਪਾਂ ਕਿ ਮੈਂ ਕੱਲ ਨੂੰ ਕੁਝ ਖਾਣ ਲਈ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਕੀ ਹੋਊਗਾ, ਇੱਥੇ ਆਪਣੇ ਕੋਲੇ ਹੈ ਹੀ ਕਿ ਜਦੋਂ ਤੁਸੀਂ ਕੈਨੇਡਾ ਤੇ ਆਨੇ ਵੀ ਹੋ ਤਾਂ ਤੁਹਾਡੇ ਕੋਲੇ ਪੀਕ ਹੁੰਦੀ ਹੈ, ਪੀਕ ਏਜ ਹੁੰਦੀ ਹੈ ਆਪਣੀ, ਹੈ ਨਾ, ਬੈਸਟ ਆਪਣੀ ਉਹਦੇ ਵਿੱਚ ਹੁੰਦੇ, ਆਪਣੇ ਕੋਲੇ ਕੁਝ ਖੋਣ ਦੇ ਲਈ ਹੁੰਦੇ ਬੇਸਿਕਲੀ। ਔਰ ਤੁਸੀਂ ਉਸ ਪੁਆਇੰਟ ਦੇ ਉੱਪਰ ਕਿੰਨਾ ਵੀ ਤੁਸੀਂ ਯੂ ਕੈਨ ਲਿਟਰਲੀ ਬੀ ਐਨੀਵਨ ਯੂ ਲਾਈਕ, ਹੈ ਨਾ। ਔਰ ਤੁਸੀਂ ਜੇ ਉਹ ਲਾਈਕ ਫੇਕ ਇਟ ਟਿਲ ਯੂ ਮੇਕ ਇਟ ਵੀ ਕਰਦੇ ਰਹੋ ਨਾ, 3 ਸਾਲ ਇੱਥੇ ਆ ਕੇ ਤੁਹਾਡੇ ਕੋਲੇ 1 ਸਾਲ ਤਾਂ GIC ਵੀ ਆ ਰਹੀ ਹੁੰਦੀ ਹੈ ਨਾ। ਜੇ ਤੁਸੀਂ ਉਹ ਵੀ ਕਰਦੇ ਰਹੋ, ਆਮ ਪ੍ਰੀਟੀ ਸ਼ੋਰ ਕਿ 3 ਸਾਲਾਂ ਦੇ ਅੰਦਰ ਯੂ ਵਿਲ ਬੀ ਵੈਰੀ ਗੁੱਡ ਐਟ ਫੇਕਿੰਗ ਇਟ, ਰਾਈਟ। ਯਾ ਆਈ ਮੀਨ ਇੰਨਾ ਲਾਈਕ ਫੇਕ ਕਰੋ, ਬਟ ਉਸ ਚੀਜ਼ ਦੇ ਉੱਤੇ ਪ੍ਰੈਕਟਿਸ ਵੀ ਕਰੋ, ਉਸ ਚੀਜ਼ ਨੂੰ ਪ੍ਰੈਕਟਿਸ ਵੀ ਕਰੋ। ਮਤਲਬ ਐਦਾਂ ਨਾ ਹੋਵੇ ਕਿ ਮੈਂ ਸੋਸ਼ਲ ਮੀਡੀਆ ਤੇ ਕੁਝ ਹੋਰ ਕਹੀ ਜਾਂਦਾ ਤੇ ਮੈਂ ਕਰਦਾ ਕੁਝ ਹੋਰ ਪਿਆ, ਹੈ ਨਾ, ਉਹ ਵੀ ਗਲਤ ਹੋ ਜਾਂਦਾ। ਸੋ ਉਸ ਚੀਜ਼ ਨੂੰ ਪ੍ਰੈਕਟਿਸ ਵੀ ਕਰੋ। ਸੋ ਉਹ ਚੀਜ਼ ਹੈਗੀ ਆ, ਕਿਉਂਕਿ ਅੱਜ ਕੱਲ ਤਾਂ ਆਪਾਂ ਸਾਰਿਆਂ ਦੇ ਮੂਹਰੇ ਹੀ ਆ। ਮੈਂ ਵੀ ਇੱਥੇ ਹੀ ਹੁੰਦਾ, ਨਹੀਂ ਤਾਂ ਮੈਂ ਕਹਿ ਵੀ ਹੁੰਦਾ, ਬਾਈ ਵੀ ਇੱਥੇ ਹੀ ਹੁੰਦਾ ਹੈ। ਤੋ ਯੂ ਕੈਨ ਲਿਟਰਲੀ ਸੀ ਕਿ ਲੋਕਾਂ ਦਾ ਅਸਲੀ ਨੇਚਰ ਕਿੱਦਾਂ ਦਾ ਹੈ। ਹਾਂ, ਮਤਲਬ ਉਹ ਤਾਂ ਹੈ। ਨੇਚਰ ਤਾਂ ਚਲੋ ਇਹ ਫਿਰ ਕਦੇ ਗੱਲ ਕਰਾਂਗੇ ਵੀ ਨੇਚਰ ਬਾਰੇ ਜਾਂ ਕੋਈ ਫਿਲਾਸਫੀ ਬਾਰੇ। ਆਪਾਂ ਉੱਤੇ ਪੋਡਕਾਸਟ ਬਣਾ ਸਕਦੇ ਹਾਂ ਆਪਾਂ, ਲਾਈਕ ਡਾਇਰੈਕਟਲੀ ਉਹਦੇ ਇੰਟਰਨੈਟ ਤੇ।